ਮੁਖ ਨੇ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗ ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਦੋਹਰਾ ਪੁਨ ਸਿੰਘਨ ਭੋਜਨ ਕਰਿਓ ਕਹੁ ਰੂਪ ਅਗਿਆਨ ਮਾਇਆ ਬਹੁਰ ਅਵਿਦਿਆ ਬੰਧਨ ਮੋਖ ਬਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਕਰਮਾਂ ਦੇ ਵਿਸ਼ੇ 'ਤੇ। ਕਰਮ ਕਿਰਿਆਮਾਨ ਕਰਮ ਪਰਾਲਬਧ ਆਦਿ ਇਹ ਕੀ ਹਨ? ਭਾਈ ਦਇਆ ਸਿੰਘ ਜੀ ਨੇ ਬਹੁਤ ਖੋਲ੍ਹ ਕੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਉਣਾ ਕੀਤਾ। ਅੱਗੇ ਸਿੰਘਾਂ ਨੇ ਬੇਨਤੀ ਕੀਤੀ ਜੀ ਅਗਿਆਨਤਾ ਕੀ ਹੈ ਔਰ ਇਹ ਅਗਿਆਨਤਾ ਕਿਵੇਂ ਖਤਮ ਹੁੰਦੀ ਹੈ? ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਸਮਝਾਉਣਾ ਕਰੋ। ਅਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਸ ਵਿਸ਼ੇ 'ਤੇ ਕਿਵੇਂ ਸਮਝਾਉਂਦੇ ਆ, ਆਓ ਗੁਰੂ ਚਰਨਾਂ ਵਿੱਚ ਆਪਣੀਆਂ ਅਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ। ਅਗਲੇ ਵਿਚਾਰ ਆਰੰਭ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਿੰਘਨ ਪੂਜਨ ਕਰਿਓ ਕਹੁ ਰੂਪ ਅਗਿਆਨ। ਫਿਰ ਸਿੰਘਾਂ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ, ਕਿਰਪਾ ਕਰੋ ਮਹਾਰਾਜ ਅਗਿਆਨਤਾ ਦਾ ਕੀ ਸਰੂਪ ਹੈ, ਸਾਨੂੰ ਦੱਸਣਾ ਕਰੋ ਜੀ। ਮਾਇਆ ਬਹੁਰ ਅਵਿਦਿਆ ਬੰਧਨ ਮੋਖ ਬਖਾਨ। ਔਰ ਅਗਿਆਨ ਕੀ ਹੈ, ਮਾਇਆ ਕੀ ਹੈ, ਅਵਿਦਿਆ ਅਗਿਆਨਤਾ ਦੇ ਬੰਧਨ ਜਿਹੜੇ ਹਨ ਜਾਂ ਮਾਇਆ ਦੇ ਬੰਧਨ ਜਿਹੜੇ ਹਨ ਇਹ ਕੀ ਹਨ ਤੇ ਇਹਨਾਂ ਤੋਂ ਮੋਖ ਭਾਵ ਮੁਕਤੀ ਕਿਵੇਂ ਹੋ ਸਕਦੇ ਹੈ? ਜਾਗਰਤ ਸੁਪਨ ਸੋਖ ਪਤ ਤੀਨਾ ਇਹ ਅਵਸਥਾ ਕਹੋ ਪ੍ਰਵੀਨਾ। ਔਰ ਸਾਨੂੰ ਇਹਨਾਂ ਬਾਰੇ ਵੀ ਦੱਸੋ। ਚਾਰ ਅਵਸਥਾ ਹਨ, ਚਾਰ ਅਵਸਥਾ ਵਿੱਚ ਸਾਡਾ ਜੀਵਨ ਜਿਹੜਾ ਹੈ, ਮਨ ਜਿਹੜਾ ਹੈ ਉਹ ਵਸਦਾ ਹੈ। ਮਹਾਂਪੁਰਸ਼ ਕਹਿੰਦੇ ਹੈ ਜਾਗਰਤ ਸੁਪਨ ਸਖੋਪਤੀ ਤੁਰਿਆ ਆਤਮ ਭੂਪਤ ਕੀਏ ਪੁਰੀਆ। ਆਤਮਾ ਰੂਪ ਰਾਜਾ ਕਦੇ ਜਾਗਰਤ ਵਿੱਚ ਰਹਿੰਦਾ ਹੈ, ਕਦੇ ਸੁਪਨ ਵਿੱਚ ਚਲਿਆ ਜਾਂਦਾ, ਕਦੇ ਸੁਖੋਪਤੀ ਅਤੇ ਕਦੇ ਤੁਰੀਆ ਅਵਸਥਾ। ਸਿੰਘ ਕਹਿਣ ਲੱਗੇ ਇਹਨਾਂ ਬਾਰੇ ਵੀ ਸਾਨੂੰ ਦੱਸਣਾ ਕਰੋ। ਹੇ ਸਿਆਣੇ ਭਾਈ ਦਇਆ ਸਿੰਘ ਜੀ। ਪੁਰਸ਼ਾ ਰੂਪ ਸਮਾਦ ਕਹੀਜੈ ਤੁਰਿ ਅਵਸਥਾ ਰੂਪ ਬਨੀਜੈ। ਮੂਰਛਤਾ ਕੀ ਹੈ ਇਹਦੇ ਬਾਰੇ ਵੀ ਦੱਸੋ। ਔਰ ਚੌਥੀ ਅਵਸਥਾ ਤੁਰੀਆ ਅਵਸਥਾ ਕੀ ਹੁੰਦੀ ਹੈ? ਸਾਖੀ ਅਰ ਜੀਵ ਜ ਹੋਏ ਜਸ ਇਨ ਰੂਪ ਬਖਾਨੋ ਸੋਏ। ਔਰ ਇੱਕ ਸਾਖੀ ਅਤੇ ਜੀਵ। ਸਾਖੀ ਹੈ ਪਰਮੇਸ਼ਰ ਤੇ ਜੀਵ ਹੈ ਆਪਾਂ।
ਗੁਰਸਾਖੀ ਜੋਤ ਪ੍ਰਗਟ ਹੋਏ। ਇੱਕ ਸ਼ਬਦ ਆਇਆ, ਸਮਝਣ ਵਾਸਤੇ ਮੈਂ ਪੰਕਤੀ ਉਚਾਰਨ ਕੀਤੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਉਹ ਚਾਨਣ ਕਿਹਦਾ ਹੈ, ਉਹਦੇ ਬਾਰੇ ਜਾਣਨ ਵਾਸਤੇ ਗੁਰੂ ਨੂੰ ਮਿਲਣਾ ਪਊਗਾ। ਗੁਰਸਾਖੀ ਜੋਤ ਪ੍ਰਗਟ ਹੋਏ। ਸਾਖੀ ਪਰਮੇਸ਼ਰ, ਸਾਖੀ ਖੁਦ ਤੇ ਜੀਵ, ਇਹਨਾਂ ਬਾਰੇ ਵੀ ਸਾਨੂੰ ਦੱਸਣਾ ਕਰੋ ਜੀ। ਕੌਨੋ ਬ੍ਰਹਮ ਨਿਰਣੇ ਕਰ ਲਹੋ, ਪੰਜ ਕੋਸ਼ ਕੋ ਰੂਪ ਸੋ ਕਹੋ। ਔਰ ਬ੍ਰਹਮ ਕੀ ਹੈ? ਪੰਜ ਕੋਸ਼, ਅੰਨ ਕੋਸ਼ ਸਾਡਾ ਪੇਟ ਹੈ। ਇਸੇ ਤਰ੍ਹਾਂ ਹੀ ਚਾਰ ਕੋਸ਼ ਭਾਵ ਖਜ਼ਾਨੇ, ਕੋਸ਼ ਹੁੰਦਾ ਖਜ਼ਾਨਾ। ਇਹ ਪੰਜ ਕੋਸ਼ ਜਿਹੜੇ ਹਨ, ਇਹਨਾਂ ਬਾਰੇ ਵੀ ਦੱਸਣਾ ਕਰੋ ਜੋ ਸਰੀਰ ਦੇ ਵਿੱਚ ਹਨ। 15 ਪ੍ਰਸ਼ਨ ਸੁਨੇ ਸਭ ਕਾਨ, ਦਿਆ ਸਿੰਘ ਜੀ ਕਰਤ ਬਖਾਨ। ਇਹੋ 15 ਪ੍ਰਸ਼ਨ ਸੰਗਤਾਂ ਨੇ, ਸਿੰਘਾਂ ਨੇ ਸਾਹਮਣੇ ਰੱਖ ਦਿੱਤੇ ਹਨ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਹਨਾਂ ਦੇ ਬਾਰੇ ਹੁਣ ਵਖਿਆਨ ਕਰਨ ਲੱਗੇ, ਭਾਵ ਨਿਰਣਾ ਕਰਕੇ ਦੱਸਣ ਲੱਗੇ ਹਨ। ਜਿਸ ਪਰ ਗੁਰੂ ਪ੍ਰਸੰਨਤਾ ਤਰੈ, ਸੁਨ ਕੇ ਦਿੜ ਨਿਸ਼ਚੈ ਸੋ ਕਰੈ। ਔਰ ਜਿਨ੍ਹਾਂ ਦੇ ਉੱਤੇ ਗੁਰੂ ਦੀ ਖੁਸ਼ੀ ਹੁੰਦੀ ਆ, ਵੈਸੇ ਤਾਂ ਸਕੂਲ ਵਿੱਚ ਬੜੇ ਬੱਚੇ ਜਾਂਦੇ ਆ, ਕਲਾਸ ਵਿੱਚ ਬਹੁਤ ਬੱਚੇ ਹੁੰਦੇ ਆ, ਉਹਨਾਂ 'ਚੋਂ ਕੁਝ ਫੇਲ ਤੇ ਕੁਝ ਪਾਸ ਹੋ ਜਾਂਦੇ ਆ। ਪਾਸ ਹੋਇਆਂ ਵਿੱਚੋਂ ਵੀ ਕੁਝ ਨੂੰ ਨੌਕਰੀ ਮਿਲਦੀ ਹੈ, ਉਹ ਰੋਜੀ ਰਿਜ਼ਕ ਕਮਾਉਂਦੇ ਆ, ਕਈ ਵਿਹਲੇ ਫਿਰਦੇ ਆ। ਇਸੇ ਤਰ੍ਹਾਂ ਗੁਰੂ ਕੋਲੇ ਆਉਂਦੇ ਤਾਂ ਬਹੁਤ ਹੈ, ਪਰ ਉਹਨਾਂ ਦੇ ਵਿੱਚੋਂ ਵਿਰਲੇ ਵਿਰਲੇ ਹਨ ਜਿਹੜੇ ਇਹਨਾਂ ਨੂੰ ਸੁਣ ਕਰਕੇ ਹਿਰਦੇ ਵਿੱਚ ਵਸਾਉਣਗੇ, ਦ੍ਰਿੜ ਕਰਨਗੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣਿਆ ਫਿਰ ਮੰਨ ਕੇ ਉਹਦੇ ਨਾਲ ਪ੍ਰੇਮ ਕੀਤਾ ਤੇ ਫਿਰ ਉਸ ਦੇ ਮੁਤਾਬਕ ਚੱਲਣਾ ਕੀਤਾ। ਫਿਰ ਕਿਧਰੇ ਜਾਣ ਦੀ ਲੋੜ ਨਹੀਂ, ਅੰਤਰਗਤ ਤੀਰਥ ਮਲ ਨਹਾਓ। ਇਸ ਤਰ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ, ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹ ਹੀ ਇਹਨਾਂ ਨੂੰ ਨਿਸ਼ਚੈ ਭਰੋਸਾ ਕਰਕੇ, ਭਰਮਾਂ 'ਚੋਂ ਬਾਹਰ ਨਿਕਲ ਕੇ ਗੁਰੂ ਦੇ ਬਚਨਾਂ 'ਤੇ ਭਰੋਸਾ ਕਰਕੇ ਜੀਵ ਨੂੰ ਹਿਰਦੇ ਵਿੱਚ ਇਹਨਾਂ ਬਚਨਾਂ ਨੂੰ ਵਸਾ ਕੇ ਆਪਣਾ ਜੀਵਨ ਸਫਲਾ ਕਰਦੇ ਹਨ। ਸੁਣੀਏ ਸਭ ਕੇ ਰੂਪ ਬਖਾਨੋ, ਗੁਰ ਕਰਨਾਤੀ ਮੈਂ ਜਿਮ ਜਾਨੋ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੁਣ ਇਹਨਾਂ 15 ਸਵਾਲਾਂ ਦੇ ਜਵਾਬ ਕਹਿਣ ਲੱਗੇ। ਆਓ ਸੁਣੋ ਗੁਰੂ ਪਿਆਰਿਓ, ਜਿਸ ਤਰ੍ਹਾਂ ਮੈਂ ਗੁਰੂ ਕਿਰਪਾ ਨਾਲ ਸਮਝਣਾ ਕੀਤਾ ਹੈ। ਜਿਸ ਜਾਣੇ ਅਰ ਨਿਰਣੈ ਕਰੇ, ਜਗ ਸਾਗਰ ਤੇ ਸੋ ਨਰ ਤਰੇ। ਆਓ ਇਹ ਸੰਸਾਰ ਦੇ ਵਾਸਤੇ ਹੀ ਸਾਰੇ ਪ੍ਰਸ਼ਨ ਹਨ। ਸਿੰਘਾਂ ਨੇ ਪ੍ਰਸ਼ਨ ਕੀਤੇ ਆ, ਇਹ ਆਪਣੇ ਵੀ ਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਈ ਸਾਹਿਬ ਜੀ ਕਹਿੰਦੇ ਆਓ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰੀਏ ਆਪਾਂ, ਜਿਨ੍ਹਾਂ ਨੂੰ ਸੁਣ ਕਰਕੇ ਸੰਸਾਰ ਸਮੁੰਦਰ 'ਚੋਂ ਪਾਰ ਹੋਈਏ ਜੀ। ਸਵਈਆ ਛੰਦ ਬਿਨ ਆਕਾਰ ਬਿਨ ਜਨਮ ਅਨਾਦਿ, ਰਹਿ ਕਦੇਸ਼ ਬ੍ਰਹਮ ਕੀ ਮਾਏ। ਤਾਂ ਬ੍ਰਹਮ ਕੀ ਹੈ? ਕਹਿੰਦੇ ਜਦੋਂ ਕੁਛ ਵੀ ਨਹੀਂ ਸੀ, ਬਿਨਾਂ ਆਕਾਰ ਤੋਂ, ਬਿਨਾਂ ਜਨਮ ਤੋਂ, ਬਿਨਾਂ ਅਨਾਦਿ, ਆਦਿ ਤੇ ਅਨਆਦਿ। ਆਦਿ ਵੀ ਕਹਿ ਦਈਏ ਤੇ ਕਹਿ ਦਿਆਂਗੇ ਵੀ ਸਾਲ ਪਹਿਲਾਂ, 2 ਸਾਲ ਪਹਿਲਾਂ। ਅਨਾਦ ਜਿਸ ਦੇ ਆਦ ਦਾ ਵੀ ਪਤਾ ਨਹੀਂ ਆ ਕਦੋਂ। ਪ੍ਰੀਤਮ ਦੇ ਇਹਨਾਂ ਬਚਨਾਂ ਨੂੰ ਮਾਰੂ ਰਾਗ ਦੇ ਵਿੱਚ, ਮਾਰੂ ਸੋਹਲਿਆਂ ਵਿੱਚ ਬੜਾ ਸੁੰਦਰ ਦਰਸਾਇਆ ਗਿਆ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏ ਦਾ। ਉਦੋਂ ਕੁਛ ਵੀ ਨਹੀਂ ਸੀ, ਪੌਣ ਨਾ ਪਾਣੀ, ਨਾ ਧਰਤੀ, ਨਾ ਆਕਾਸ਼, ਨਾ ਸੂਰਜ, ਨਾ ਹਵਾ, ਨਾ ਕੁਛ ਵੀ ਨਹੀਂ ਸੀ। ਕਹਿੰਦੇ ਉਦੋਂ ਇਹ ਸਾਰਾ ਸੰਸਾਰ ਕਿੱਥੇ ਸੀਗਾ? ਇੱਕ ਬ੍ਰਹਮ ਦੇ ਵਿੱਚ ਸਮਾਇਆ ਹੋਇਆ ਸੀ। ਨਾਮ ਅਗਿਆਨ ਦੀ ਖਟ ਸੰਗਿਆ, ਇਕ ਚਿਤਨ ਵਿਆਪਕ ਵਿੱਚ ਤਾਹੇ। ਔਰ ਜਿਸ ਨੂੰ ਅਸੀਂ ਅਗਿਆਨ ਕਹਿੰਦੇ ਹਾਂ, ਨਾਮ ਲਿਏ ਅਗਿਆਨ ਖਟ ਸੰਗਿਆ। ਇਹ ਅਗਿਆਨ ਦੇ 6 ਸੰਗਿਆ, ਇਹਦੇ 6 ਨਾਮ ਬਣਦੇ ਹਨ।
ਇੱਕ ਚੇਤਨ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ। ਚੇਤਨਾ ਸੋ ਸੰਬੰਧ ਇਸ਼ੀਰਤਾ ਚਤੁਰਤ ਸੰਗਿਆ ਜੀਵ ਬਜ ਆਏ। ਔਰ ਚੇਤਨਾ ਇੱਕ ਤਾਂ ਚੇਤਨ ਹੋ ਕੇ ਸਾਡੇ ਸਾਰਿਆਂ ਵਿੱਚ ਰਮਿਆ ਹੋਇਆ ਚੇਤਨਾ, ਇੱਕ ਚੇਤਨਾ ਦਾ ਮਤਲਬ ਸਿਮਰਨ ਹੁੰਦਾ ਹੈ। ਇੱਕ ਚੇਤਨਾ ਜਿਹੜੀ ਸਾਡੇ ਵਿੱਚ ਹੈ, ਜੋ ਸਾਨੂੰ ਬੁਲਾ ਰਹੀ ਹੈ, ਸੁਣਾ ਰਹੀ ਹੈ, ਸਮਝਾ ਰਹੀ ਹੈ, ਸਪਰਸ਼ ਕਿਰਿਆ ਦੇ ਬਾਰੇ ਦਰਸਾ ਰਹੀ ਹੈ, ਉਹ ਚੇਤਨਾ। ਕਹਿੰਦੇ ਅੱਗੇ ਚੱਲ ਕੇ ਇਹਦੇ ਹੁਣ ਨਾਮ ਸੁਣ ਲਓ। ਇੱਕ ਚੇਤਨਾ ਹੈ, ਇੱਕ ਚੇਤਨ ਹੈ ਵਿਆਪਕ ਸਾਰਿਆਂ ਵਿੱਚ। ਫਿਰ ਚੇਤਨਾ ਜਿਸ ਦੇ ਨਾਲ ਪਰਮੇਸ਼ਰ ਦਾ ਸੰਬੰਧ ਹੈ, ਜਿਵੇਂ ਤੁਹਾਡਾ ਤੇ ਮੇਰਾ ਆਵਾਜ਼ ਨਾਲ ਸੰਬੰਧ ਹੈ, ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਤੇ ਉਸ ਚਿੰਤਨ ਦਾ ਸੰਬੰਧ ਜਿਹੜਾ ਹੈ ਚੇਤਨਾ ਦੇ ਨਾਲ ਬਣਿਆ ਹੈ। ਚੌਥੀ ਸੰਗਿਆ ਜੀਵ ਬੀਜ ਆਹੇ। ਚੌਥਾ ਨਾਮ ਹੈ ਜੋ ਜੀਵ ਨੇ ਬੀਜ ਤਿਆਰ ਕੀਤੇ ਹਨ। ਈਸ਼ਰ ਜੀਵ ਰਾਗ ਪੰਚਮੋ ਚਿਦਾ ਭਾਸ ਖਸ਼ਟਮ ਲਖ ਬਾਹੀ। ਔਰ ਈਸ਼ਰ ਤੇ ਜੀਵ ਜਿਹੜੇ ਹਨ, ਇਹ ਦੋਨੇ ਮਿਲ ਕੇ ਪੰਜਵਾਂ ਵਿਭਾਗ ਬਣਦਾ ਹੈ। ਆ ਸਰਕਾਰੀ ਦਫ਼ਤਰਾਂ ਦੇ ਬੜੇ ਵਿਭਾਗ ਹੈ, ਇਸੇ ਤਰ੍ਹਾਂ ਪਰਮੇਸ਼ਰ ਦੇ ਵੀ ਪਤਾ ਨਹੀਂ ਕਿੰਨੇ ਵਿਭਾਗ ਸਾਡੇ ਸਰੀਰ 'ਚ ਬਣੇ ਹੋਏ ਆ। ਕੋਈ ਸਤਿਨਾਮ। ਤਾਂ ਇਸ ਤਰ੍ਹਾਂ ਇਹ ਪੰਜਵਾਂ ਵਿਭਾਗ ਹੈ ਈਸ਼ਵਰ ਤੇ ਜੀਵ ਦੇ ਮਿਲਾਪ ਦਾ। ਚਿਦਾ ਭਾਸ ਖਸ਼ਟਮ ਲਖ ਵਾਹੇ। ਚਿਦਾ ਭਾਸ ਜੋ ਸਾਨੂੰ ਭਾਸਦਾ ਹੈ, ਫੀਲ ਹੁੰਦਾ ਆ, ਫਲਾਨਾ ਆ ਗਿਆ, ਫਲਾਨਾ ਆ ਗਿਆ, ਫਲਾਨਾ ਵਗ ਗਿਆ, ਫਲਾਨਾ ਮਰ ਗਿਆ, ਇਹ ਸਾਨੂੰ ਭਾਸਦਾ ਹੈ। ਅਸਲ ਦੇ ਵਿੱਚ ਮਹਾਂਪੁਰਸ਼ ਕਹਿੰਦੇ ਹੈ ਹੀ ਨਹੀਂ ਗਾ, ਅਗਿਆਨਤਾ ਕਰਕੇ ਭਾਸਦਾ। ਸਾਨੂੰ ਲੱਗਦਾ ਵੀ ਆਹ ਸੱਚ ਹੈ, ਪਰ ਅੱਜ ਸਵੇਰ ਦਾ ਜਿਹੜਾ ਫਰਮਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ, ਹਮ ਭੀਖਕ ਭੇਖਾਰੀ ਤੇਰੇ, ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਨਾਮ ਦਾਨ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਤੋ ਬ੍ਰਹਮ ਗਿਆਨੀ ਨੂੰ ਸਮਝ ਆ ਗਈ, ਸਾਨੂੰ ਨਹੀਂ ਸਮਝ ਆਈ। ਅਸੀਂ ਸੋਚਿਆ ਸਾਡੀ ਗੱਡੀ ਵੀ ਰਹੂਗੀ, ਸਾਡੀ ਕੋਠੀ ਵੀ ਰਹੂਗੀ, ਅਸੀਂ ਵੀ ਰਹਾਂਗੇ। ਇਹ ਅਗਿਆਨਤਾ ਦੇ ਰੂਪ ਦੱਸੇ ਹਨ ਪਾਤਸ਼ਾਹ ਜੀ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਇਹ ਅਗਿਆਨਤਾ ਹੈ ਜਦੋਂ ਇਹ ਬੰਦਾ ਕਹਿੰਦਾ ਇਹ ਜੋ ਦਿਖਾਈ ਦੇ ਰਿਹਾ ਇਹ ਸੱਚ ਹੈ। ਅਸਲ ਵਿੱਚ ਬ੍ਰਹਮ ਗਿਆਨੀ ਕਹਿੰਦੇ ਇਹ ਝੂਠ ਹੈ। ਜਿਸ ਅਗਿਆਨ ਵਿਖੇ ਇਹ ਖਟ ਹੈ, ਸੂਖਮ ਭੂਤ ਪ੍ਰਗਟ ਹੋਏ ਨਾਹੇ। ਕਹਿਣ ਲੱਗੇ ਅਸਲ ਵਿੱਚ ਇਹ 6 ਸਰੂਪਾਂ ਦੇ ਵਿੱਚ ਸਾਨੂੰ ਜੋ ਦਿਖਾਈ ਦਿੰਦਾ ਹੈ, ਕਹਿਣ ਲੱਗੇ ਸੂਖਮ ਰੂਪ ਹੋ ਕੇ ਰਹਿੰਦੇ ਹਨ ਤੇ ਪ੍ਰਗਟੇ ਦੇ ਨਹੀਂ ਜੀ। ਜਿਮ ਬਟ ਬੀਜ ਵਿਖੇ ਜਟ ਟੋਕ ਦਰ ਸ਼ਾਖਾ ਕਾਢ ਸਹਿਤ ਫਲ ਆਹੇ। ਸਮਝਣ ਵਾਸਤੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਜਿਵੇਂ ਬੋਹੜ ਬਾਟੀ ਨੂੰ ਖੋਲ ਲਓ, ਉਹਦੇ ਵਿੱਚੋਂ ਕਿੰਨੇ ਬੀਜ ਨਿਕਲੇ। ਫਿਰ ਹਰ ਬੀਜ ਦੇ ਵਿੱਚ ਬੋਹੜ ਦਾ ਤਣਾ ਵੀ ਹੈ, ਬੋਹੜ ਦੀਆਂ ਜੜ੍ਹਾਂ ਵੀ ਹੈ, ਬੋਹੜ ਦੇ ਪੱਤੇ ਵੀ ਹੈ, ਬੋਹੜ ਦੀਆਂ ਟਾਹਣੀਆਂ ਵੀ ਹੈ, ਤੇ ਉਸ ਬੀਜ ਦੇ ਵਿੱਚ ਹੋਰ ਪਤਾ ਨਹੀਂ ਕਿੰਨੀਆਂ ਬੋਹੜ ਬਾਟੀਆਂ ਵੀ ਹਨ। ਨਵੇਂ ਬੀਜ ਪੈਦਾ ਕਰਨ ਵਾਸਤੇ ਤਾਕਤ ਰੱਖਦਾ ਹੈ। ਐਦਾਂ ਹੀ ਜਿਹੜਾ ਪਰਮੇਸ਼ਰ ਹੈ ਉਸ ਦੇ ਵਿੱਚ ਆਪਾਂ ਸਾਰੇ ਸਮਾਏ ਹੋਏ ਸੀਗੇ, ਤੇ ਉਹਦੇ ਵਿੱਚੋਂ ਹੀ ਇਹ ਸਾਰਾ ਸ੍ਰਿਸ਼ਟੀ ਜਿਹੜੀ ਆ ਇਹ ਪ੍ਰਗਟ ਹੋਈ ਹੈ। ਅਸਲ ਦੇ ਵਿੱਚ ਬ੍ਰਹਮ ਗਿਆਨੀ ਕਹਿੰਦੇ ਜਿਹੜਾ ਕੱਲ੍ਹ ਨਹੀਂ ਸੀਗਾ ਅੱਜ ਹੈਗਾ, ਕੱਲ੍ਹ ਨੂੰ ਹੋਣਾ ਨਹੀਂ, ਉਹ ਸਮਝੋ ਅੱਜ ਵੀ ਹੈ ਨਹੀਂ ਗਾ। ਕਹੋ ਸਤਿਨਾਮ। ਤੁਸੀਂ ਜਨਮ ਤੋਂ ਪਹਿਲਾਂ ਹੈ ਨਹੀਂ ਸੀਗੇ, ਜਨਮ ਤੋਂ ਬਾਅਦ ਦਿਖਾਈ ਦੇਣ ਲੱਗੇ, ਮੌਤ ਤੋਂ ਬਾਅਦ ਕਿਸੇ ਨੇ ਰਹਿਣਾ ਨਹੀਂ। ਤੇ ਬ੍ਰਹਮ ਗਿਆਨੀ ਕਹਿੰਦੇ ਜਿਹੜਾ ਕੱਲ੍ਹ ਨਹੀਂ ਸੀਗਾ ਕੱਲ੍ਹ ਨੂੰ ਨਹੀਂ ਹੋਵੇਗਾ, ਉਹਨੂੰ ਸਮਝ ਲਓ ਵਿਚਾਲੇ ਵੀ ਹੈ ਨਹੀਂ ਗਾ। ਇੱਦਾਂ ਇਸ ਨੂੰ ਅਗਿਆਨਤਾ ਕਹਿੰਦੇ ਆ, ਜਿਸ ਨੂੰ ਮੰਨਣਾ ਵੀ ਹਾਂ ਹੈਗਾ। ਇਸ ਕੋ ਅਵਿਦਿਆ ਕਿਰਤ ਕਹੀਏ ਗੁਣ ਅਵਿਗਤ ਨਾਮ ਪੀਤਾ ਹੈ। ਔਰ ਇਸੇ ਨੂੰ ਅੰਬਿਆ ਕ੍ਰਿਤ ਕਹੀਏ, ਇਸੇ ਨੂੰ ਕਹਿਣ ਲੱਗੇ ਕਿ ਬੀਜ ਦੇ ਵਿੱਚ ਸਾਰਾ ਕੁਝ ਹੈ, ਉਸ ਦਾ ਨਾਮ ਵੀ ਹੈ, ਅਭਿਅੰਕਤ ਵੀ ਹੈ। ਪਹਿਲੀ ਜਿਹੜੀ ਅਵਸਥਾ ਉਹਦੇ ਵਿੱਚ ਇਹੀ ਹੈ। ਵੇਦਾਂ ਅਤੇ ਗ੍ਰੰਥਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ।
ਕਹਿਣ ਲੱਗੇ ਬੋਹੜ ਬਾਟੀ ਦੇ ਉਸ ਬੀਜ ਵਿੱਚ ਬੋਹੜ ਦਾ ਨਾਮ ਵੀ ਹੈ। ਇਸੇ ਤਰ੍ਹਾਂ ਹੀ ਜਿਹੜੇ ਨਾਮ ਸਾਡੇ ਰੱਖੇ ਗਏ ਆ ਨਾ, ਇਹ ਪ੍ਰੋਗਰਾਮ ਭਰੇ ਆ। ਕੰਪਿਊਟਰ ਵਿੱਚ ਇੱਕ ਪ੍ਰੋਗਰਾਮ ਭਰਨਾ ਪੈਂਦਾ, ਨਹੀਂ ਤਾਂ ਉਹਦੇ ਫੰਕਸ਼ਨ ਖੁੱਲ੍ਹਣ ਹੀ ਨਾ। ਤਾਂ ਉਹਦੇ ਫੰਕਸ਼ਨਾਂ ਦਾ ਨਾਮ ਰੱਖਿਆ ਜਾਂਦਾ ਤੇ ਜਿਹੜਾ ਨਾਮ ਭਰਦੇ ਹੋ ਫੰਕਸ਼ਨ ਬਾਹਰ ਆ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਜਿਹੜੇ ਨਾਮ ਰੱਖੇ ਗਏ ਨਾ, ਇਹ ਓਨਲੀ ਜਾਣਕਾਰੀ ਵਾਸਤੇ ਹੈ। ਜੇ ਆਵਾਜ਼ ਮਾਰੀਓ ਬੰਦੇ ਆ ਉਰੇ ਆ, ਤੇ ਬੰਦੇ ਤਾਂ ਕਿੰਨੇ ਬੈਠੇ ਆ, ਕਹੋ ਸਤਨਾਮ। ਇਸ ਕਰਕੇ ਅਲੱਗ-ਅਲੱਗ ਨਾਮ ਰੱਖ ਦਿੱਤੇ ਗਏ। ਇਹ ਨਾਮ ਤੁਹਾਡਾ ਜਨਮ ਤੋਂ ਪਹਿਲਾਂ ਨਹੀਂ ਸੀ, ਤੁਸੀਂ ਬ੍ਰਹਮ ਸੀ। ਹੁਣ ਪੈਦਾ ਹੋ ਗਏ ਤੇ ਤੁਹਾਡੇ ਨਾਮ ਰੱਖ ਦਿੱਤੇ ਜਾਣਕਾਰੀ ਵਾਸਤੇ, ਵੀ ਜਿਹਨੂੰ ਆਵਾਜ਼ ਮਾਰਨਾ ਉਹਦੇ ਨਾਮ ਲੈ ਲਓ ਭਾਈ। ਤੇ ਕੱਲ੍ਹ ਨੂੰ ਇਹ ਨਾਮ ਰਹਿਣਾ ਨੀਗਾ। ਤੇ ਰਹਿਣਾ ਕੀ ਹੈ? ਪਰਮੇਸ਼ਰ ਦਾ ਨਾਮ, ਉਹ ਸੱਤ ਹੈ। ਇਹ ਸਭ ਝੂਠ ਹੈ। ਇਹ ਓਨਲੀ ਕੁਝ ਸਮੇਂ ਵਾਸਤੇ ਹੈ, ਟੈਂਪਰੇਰੀ ਹੈ। ਤੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਾਂ ਨਾਮ ਰਹੂਗਾ ਜਾਂ ਨਾਮ ਨਾਲ ਜੁੜੇ ਹੋਇਆਂ ਦਾ ਨਾਮ ਰਹੂਗਾ, ਬਾਕੀ ਸਭ ਖਤਮ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸੇ ਨੂੰ ਹੀ ਕਹਿੰਦੇ ਅਵਿਆਹ ਕਿਰਤ ਕਹਿੰਦੇ ਹਨ, ਭਾਵ ਹਜੇ ਕਿਰਤ ਹੋਈ ਨਹੀਂ। ਜਿਵੇਂ ਪਿੱਛੇ ਸਮਝਾਇਆ, ਜਿਵੇਂ ਭੱਥੇ 'ਚ ਤੀਰ ਪਏ ਨਾ, ਹਜੇ ਚਲਾਏ ਨਹੀਂ। ਜਿਵੇਂ ਬੋਹੜ ਬਾਟੀ ਦਾ ਬੀਜ ਹਜੇ ਬੋਹੜ ਬਾਟੀ ਦੇ ਵਿੱਚ ਹੀ ਬੰਦ ਹੈ, ਹਜੇ ਉਹਨੂੰ ਮਿੱਟੀ ਤੇ ਪਾਣੀ ਤੇ ਸੂਰਜ ਦੀਆਂ ਕਿਰਨਾਂ ਨਹੀਂ ਮਿਲੀਆਂ, ਉਹਨਾਂ ਚਿਰ ਉਹਦੇ ਵਿੱਚੋਂ ਕੁਛ ਨਹੀਂ ਨਿਕਲੇਗਾ। ਪਰਮੇਸ਼ਰ ਵੀ ਕਹਿੰਦੇ ਇਸੇ ਤਰ੍ਹਾਂ ਇਕੱਲਾ ਹੀ ਬੈਠਾ ਸੀਗਾ। ਮਾਰੂ ਰਾਗ ਦੇ 2 ਸ਼ਬਦ ਬੜੇ ਸੁੰਦਰ ਹੈ, ਤੁਸੀਂ ਪੋਥੀ 'ਚੋਂ ਬਾਣੀ 'ਚੋਂ ਕੱਢ ਕੇ ਪੜ੍ਹ ਕੇ ਦੇਖ ਲਿਓ। ਪਹਿਲੇ ਸ਼ਬਦ ਦੇ ਵਿੱਚ ਕਹਿੰਦੀ ਆ ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਨਾ ਚੰਦਨ ਸੂਰਜ, ਸੁਨ ਸਮਾਧ ਲਗਾਏਂਦਾ। ਐਂ ਬੈਠਾ ਸੀ ਇਕੱਠਾ ਇਕੱਲਾ ਹੀ। ਤੋ ਮਾਰੂ ਰਾਗ ਦੇ ਵਿੱਚੋਂ ਜਦੋਂ ਆਪਾਂ ਸੋਹਲੇ ਪੜ੍ਹਦੇ ਹਾਂ, ਸੋਹਲੇ ਸਾਹਿਬ ਇੱਕ ਲਗਭਗ 1035 ਅੰਗ ਤੋਂ, ਤੇ ਗੁਰੂ ਪਿਆਰਿਓ ਫਿਰ ਅਗਲੇ ਪਾਸੇ ਪ੍ਰਗਟ ਦੱਸਦੇ ਹੈ, ਸੁਣੋ ਕੀਏ 10 ਅਵਤਾਰਾ। ਫਿਰ ਸੁਣ ਦੇ ਵਿੱਚੋਂ ਕੀ ਕੁਝ ਨਿਕਲਣਾ ਸ਼ੁਰੂ ਹੋਇਆ। ਉਹ ਸੁਣ ਦੇ ਵਿੱਚੋਂ ਸਾਰੀ ਸ੍ਰਿਸ਼ਟੀ ਹੌਲੀ ਹੌਲੀ ਨਿਕਲਦੀ ਗਈ ਤੇ ਆ ਬਣ ਗਈ। ਕਹੋ ਸਤਨਾਮ। ਤੇ ਜਿੱਦੇ ਉਸਨੇ ਪਰਲੋਂ ਲਿਆਉਣੀ ਆ, ਮਹਾਪਰਲੋਂ, ਉਹਦੇ ਸਾਰੀਆਂ ਬਾਡੀਆਂ ਵਾਪਸ ਮਿੱਟੀ ਵਿੱਚ ਮਿਲ ਜਾਣਗੀਆਂ ਤੇ ਰੂਹਾਂ ਨਿਕਲ ਕੇ ਉਹ 'ਚ ਸਮਾ ਜਾਣਗੀਆਂ। ਫੇਰ ਦੁਬਾਰੇ ਨਵੇਂ ਸਿਰੋਂ ਦੁਨੀਆ ਰਚਦਾ। ਉਤਪਤ ਪਰਲੋ ਸ਼ਬਦੈ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਮਾਰੂ ਰਾਗ ਦੇ ਵਿੱਚ ਇਹ ਵਚਨ ਹੈ, ਸਾਰੇ ਬੜੇ ਸੁੰਦਰ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਬਸ ਇਹ ਅਵਾਇ ਕਿਰਤ ਹੈ, ਹਜੇ ਕਿਰਤ ਹੋਈ ਨਹੀਂ। ਅਵਿਅਕਤ ਨਾਮ ਵੀ ਤਾਹੇ, ਹਜੇ ਇਹਦਾ ਕੋਈ ਨਾਮ ਵੀ ਨਹੀਂ ਰੱਖਿਆ। ਜਿਵੇਂ ਜੰਮਣ ਤੋਂ ਪਹਿਲਾਂ ਬੱਚੇ ਦਾ ਕੋਈ ਨਾਮ ਨਹੀਂ ਰੱਖਿਆ ਜਾਂਦਾ। ਸਾਮੈ ਅਵਸਥਾ ਪ੍ਰਥਮ ਹੀ ਹੈ, ਬੀਦਨ ਆਦ ਸੰਤ ਸਭ ਪ੍ਰਾਹੀ। ਤੋ ਸਾਖਿਆ ਅਵਸਥਾ ਇਹੋ ਹੀ ਇਸ ਦੀ ਪਹਿਲੀ ਅਵਸਥਾ ਹੈ। ਸ਼ਾਮ ਵੇਦ ਜੁਜਰ ਅਥਰਵਣ 4 ਵੇਦ ਹਨ। ਸ਼ਾਮ ਵੇਦ ਦੇ ਵਿੱਚ ਇਹ ਚੀਜ਼ ਲਿਖੀ ਹੈ ਔਰ ਵੇਦਾਂ ਦੇ ਵਿੱਚ ਵੀ ਲਿਖੀ ਹੈ। ਤੇ ਸੰਤ ਮਹਾਂਪੁਰਸ਼ ਵੀ ਇਸ ਗੱਲ ਨੂੰ ਆਪਣੇ ਬਚਨਾਂ ਰਾਹੀਂ ਦੱਸਣਾ ਕਰਦੇ ਹਨ। ਤ੍ਰੈ ਗੁਣਾ ਤਮ ਕਾ ਸਾਮੇ ਅਵਸਥਾ, ਚੇਤਨ ਭਾਸ ਸਹਿਤ ਪਹਿਚਾਨ। ਤ੍ਰੈ ਗੁਣਾਤਮਕ, ਹੁਣ ਤਿੰਨਾਂ ਗੁਣਾਂ ਦੇ ਧਾਰਨ ਕਰਕੇ ਜਿਹੜੀ ਸਾਡੀ ਸਰੀਰ ਦੀ ਬਾਡੀ ਪੈਦਾ ਹੋਈ। ਰਜ ਤਮ ਸਤ, ਆਪਾਂ ਸਾਰੇ 3 ਗੁਣਾਂ ਵਿੱਚ ਵਰਤ ਰਹੇ ਹਾਂ। ਚੌਥੇ ਗੁਣ ਵਿੱਚ ਬ੍ਰਹਮ ਗਿਆਨੀ ਹੁੰਦੇ ਹੈ। ਵੈਸੇ 4 ਗੁਣ ਹੈ, ਰਜ ਤਮ ਸਤ ਕਲ ਤੇਰੀ ਛਾਇਆ। ਚੌਥੇ ਗੁਣ ਪਰਮ ਪਦ ਪਾਇਆ। ਇਹ ਕਲਾ ਵਾਲਾ ਜਿਹੜਾ ਗੁਣ ਹੈ ਨਾ, ਕਲ ਵਾਲਾ, ਜਿਹਨੂੰ ਉਹਦੀ ਸਮਝ ਆ ਗਈ, ਜਿਹਨੇ ਉਹ ਧਾਰਨ ਕਰ ਲਿਆ, ਉਸ ਨੇ ਪਰਮੇਸ਼ਰ ਨੂੰ, ਪਰਮ ਪਦਵੀ ਭਾਵ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਣਾ। ਵਾਜੇ ਪੰਜ ਸਬਦ ਤਿਤ ਘਰ ਸੁਭਾਗੇ, ਕਲਾ ਜਿਤ ਕਰ ਧਾਰਿਆ। ਇਹ ਚੌਥੀ ਅਵਸਥਾ ਦੀ ਗੱਲ ਹੈ। ਤਿੰਨਾਂ ਗੁਣਾਂ ਵਿੱਚ ਸੰਸਾਰ ਵਿਚਰਦਾ ਹੈ, ਚੌਥੀ ਗੁਣ ਵਿੱਚ ਪਰਮੇਸ਼ਰ ਦੇ ਪਿਆਰੇ ਵਿਚਰਦੇ ਆ। 3 ਅਵਸਥਾ ਜਾਗਤ ਸੁਪਨ ਦੇ ਵਿੱਚ ਤੇ ਸੁਖੋਪਤੀ ਦੇ ਵਿੱਚ ਸੰਸਾਰ ਵਿਚਰਦਾ ਹੈ। ਤੁਰੀਆ ਅਵਸਥਾ ਵਿੱਚ ਬ੍ਰਹਮ ਗਿਆਨੀ ਨਾਮ ਜਪਣ ਵਾਲੇ ਵਿਚਰਦੇ ਆ। ਕਹੋ ਸਤਨਾਮ ਸਿੰਘ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਤ੍ਰੈ ਗੁਣਾਤਮਕਾ, ਤਿੰਨਾਂ ਗੁਣਾਂ ਦੇ ਵਿੱਚ ਸਰੂਪ ਵਾਲੀ ਇਹ ਜਿਹੜੀ ਸ਼ਾਮ ਅਵਸਥਾ ਹੈ, ਇਹ ਚੇਤਨਾ ਭਾਸਨਾ ਸਹਿਤ ਪਹਿਚਾਨੋ। ਇਹ ਚੇਤਨਾ ਕਰਕੇ ਭਾਸਦੀ ਆ। ਕਹਾਵਜੇ ਵਿੱਚ ਬੋਲਣ ਵਾਲਾ ਬੈਠਾ ਤਾਂ ਹੀ ਭਾਸਦੀ ਆ। ਜਦੋਂ ਬੋਲਣ ਵਾਲ ਨਿਕਲ ਗਿਆ, ਇਹਦਾ ਹੰਕਾਰ ਵੀ ਮਰ ਜਾਣਾ, ਇਹਦਾ ਮੋਹ ਵੀ ਮਰ ਜਾਣਾ। ਰਜੋ ਤਮੋ ਸਤੋ,
ਇਹ ਤਿੰਨ ਗੁਣ ਜਿਹੜੇ ਹਨ ਨਾਲ ਦੀ ਨਾਲ ਹੀ ਖਤਮ ਹੋ ਜਾਂਦੇ ਹੈ। ਜਿਹੜਾ ਬਹੁਤ ਹੰਕਾਰੀ ਹੋਵੇ, ਮਰਨ ਤੋਂ ਬਾਅਦ ਭਾਵੇਂ ਕਬਰ ਦੇ ਵਿੱਚ ਮੂਧਾ ਪਾ ਰਿਓ ਸਿੱਧਾ ਪਾ ਰਿਓ, ਉਹ ਕੁਛ ਨਹੀਂ ਬੋਲਦਾ, ਕਿਉਂਕਿ ਬੋਲਣ ਵਾਲੀ ਚੇਤਨਾ ਵਿੱਚੋਂ ਨਿਕਲ ਗਈ ਆ। ਕੋ ਸਤਿਨਾਮ। ਚੇਤਨਾ ਕਰਕੇ ਭਾਸਦੇ ਹਾਂ ਆਪਾਂ, ਜਦੋਂ ਮਰ ਜਾਂਦਾ ਉਹ ਦਿਸਦਾ ਮੁੜ ਕੇ ਨਾ ਕੁਝ ਬੋਲਦਾ। ਇਸੇ ਕਰਕੇ ਇਹ ਚੇਤਨਾ ਦੇ ਕਰਕੇ ਹੀ ਤਿੰਨਾਂ ਗੁਣਾਂ ਦੀ ਇਹ ਸ੍ਰਿਸ਼ਟੀ ਜਿਹੜੀ ਆ ਸਾਨੂੰ ਦਿਖਾਈ ਦਿੰਦੀ ਹੈ। ਹੋਏ ਵਿਕਾਰ ਅਵਸਥਾ ਤਿਸ ਕੀ ਪ੍ਰਥਕ ਪ੍ਰਥਕ ਬਨਤੈ ਗੁਣਵਾਨ। ਔਰ ਇਸ ਤਰ੍ਹਾਂ ਭਾਈ ਸਾਹਿਬ ਜੀ ਲਿਖਦੇ ਹਨ, ਇਸ ਦੀ ਵੀ ਅਵਸਥਾ ਜਿਹੜੀ ਹੈ ਉਹ ਅਲੱਗ-ਅਲੱਗ ਬਣਦੀ ਹੈ। ਇਹਨਾਂ ਤਿੰਨਾਂ ਗੁਣਾਂ 'ਚੋਂ ਬੰਦੇ ਵਿੱਚ ਵਿਕਾਰ ਪੈਦਾ ਹੁੰਦੇ ਹਨ। ਸਤ ਰਜ ਤਮ ਗੁਣ ਸੁਦਾ ਸੁਧ ਇਹ ਚਿਦਾ ਭਾਸ ਚੁਤਲੇ ਪ੍ਰਧਾਨ। ਤਿੰਨਾਂ ਗੁਣਾਂ ਦੇ ਨਾਲ ਜਿਹਨੂੰ ਗੁਣਵਾਨ ਵੱਖ-ਵੱਖ ਕਰਕੇ ਬਿਆਨ ਕਰਦੇ ਹਨ। ਹੁਣ ਮਾਇਆ ਬਾਰੇ ਗੱਲ ਚੱਲੀ ਹੈ। ਰਜ ਤਮ ਸਤ ਵੀ ਕਹਿੰਦੇ ਆ, ਭਾਈ ਸਾਹਿਬ ਨੇ ਦੂਜੋਂ ਲਿਖਿਆ ਸਤੋ ਰਜੋ ਤੇ ਤਮੋ ਗੁਣ, ਸੁੱਧ ਅਸੁੱਧ ਚੰਗੇ ਵੀ ਹੈ। ਤੁਸੀਂ ਲੰਗਰ ਚਲਾਇਆ, ਰਜੋ ਗੁਣ ਦੇ ਵਿੱਚ ਕੀ ਹੈ, ਮਨੁੱਖ ਚਾਹੁੰਦਾ ਕਿ ਮੇਰੇ ਕੋਲ ਬਹੁਤ ਸਾਰਾ ਹੋਵੇ ਤੇ ਫਿਰ ਮੈਂ ਉਹਦੇ ਵਿੱਚੋਂ ਕੁਝ ਦਾਨ ਪੁੰਨ ਵੀ ਕਰਾਂ। ਇਹ ਰਜੋ ਗੁਣ ਦਾ ਸੁਭਾਅ ਹੈ। ਤੇ ਤਮੋ ਗੁਣ ਦੇ ਵਿੱਚ ਕੀ ਹੈ, ਜੋ ਅੱਜ ਦੇ ਮੰਤਰੀਆਂ ਦਾ ਸੁਭਾਅ ਹੈ ਵੀ ਸਾਰਾ ਕੁਝ ਸਾਡੇ ਕੋਲ ਇਕੱਠਾ ਹੋ ਜੇ, ਦੇਣਾ ਕਿਸੇ ਨੂੰ ਕੱਖ ਨਹੀਂ, ਜਨਤਾ ਭਾਵੇਂ ਭੁੱਖੀ ਮਰੇ ਕਿਧਰੇ ਜਾਵੇ। ਕਹੋ ਸਤਿਨਾਮ। ਇਹ ਤਮੋ ਦੇ ਵਿੱਚ ਵਿਚਰ ਰਹੀ ਅੱਜ ਦੀ ਜਿਹੜੀ ਸ੍ਰਿਸ਼ਟੀ ਹੈ ਕਲਯੁਗ ਦੇ ਵਿੱਚ ਭਿਆਨਕ ਵਿੱਚ। ਤੇ ਸਤੋ ਗੁਣ ਦੇ ਵਿੱਚ ਪਰਮੇਸ਼ਰ ਦੇ ਭਾਣੇ ਦੇ ਵਿੱਚ ਵਿਚਰਨਾ ਹੈ। ਇਸ ਕਰਕੇ ਇਹਨਾਂ ਤਿੰਨਾਂ ਗੁਣਾਂ ਨਾਲ ਮਨੁੱਖ ਚੰਗੇ ਪਾਸੇ ਵੀ ਚੱਲ ਸਕਦਾ, ਪਰ ਇਹਦੇ ਵਿੱਚ ਸ਼ੁੱਧ ਅਸ਼ੁੱਧ, ਚੰਗੇ ਤੇ ਮਾੜੇ ਦੋਨੇ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਸੁਣੋ ਸਿੱਖ ਸੋ ਮਾਇਆ ਲਖੀਐ ਸਮਝ ਰਿਧੀ ਸਭ ਕਰੇ ਬਖਾਨ। ਤੋ ਇਹਨੂੰ ਕਹਿੰਦੇ ਆ ਮਾਇਆ। ਜਿਹੜਾ ਗੁਣ ਪ੍ਰਧਾਨ ਹੁੰਦਾ ਵਿੱਚ ਜੀਵ ਦਾ ਸੁਭਾਅ ਉਹੇ ਜਿਹਾ ਹੁੰਦਾ। ਕਿਸੇ ਵੀ ਸਤੋ ਗੁਣ ਪ੍ਰਧਾਨ ਹੈ ਤਾਂ ਉਹਦਾ ਸੁਭਾਅ ਜਿਹੜਾ ਕੋਈ ਚੰਗਾ ਹੋਵੇਗਾ। ਕਿਸੇ ਵਿੱਚ ਤਮੋ ਗੁਣ ਪ੍ਰਧਾਨ ਹੈ, ਉਹ ਠੱਗੀਆਂ ਲੁੱਟਾਂ ਖੋਹਾਂ ਤੇ ਲੱਗਿਆ ਹੋਵੇਗਾ, ਮਲਕ ਭਾਗੋ ਵਾਂਗੂ। ਕੋਈ ਸਤਿਨਾਮ। ਤੇ ਰਜੋ ਗੁਣ ਵਾਲਾ ਹੋਊਗਾ ਤਾਂ ਉਹ ਵੀ ਪੈਸੇ ਨੂੰ ਪ੍ਰਾਪਤੀ ਕਰਨ ਵਾਲਾ, ਪਰ ਵਿੱਚੋਂ ਕੁਝ ਨਾ ਕੁਝ ਖਰਚਾ ਵੀ ਕਰਦਾ ਰਹੂਗਾ। ਤਾਂ ਇਸ ਕਰਕੇ ਇਹ ਤਿੰਨੇ ਗੁਣ ਬੰਦੇ ਵਿੱਚ ਵਿਕਾਰ ਵੀ ਪੈਦਾ ਕਰਦੇ ਹਨ। ਸਾਮੇ ਅਵਸਥਾ ਚਿਦਾ ਬਾਸਲੇ ਭਈ ਵਿਕਾਰ ਅਵਸਥਾ ਸੋਏ। ਔਰ ਸ਼ਾਮ ਵੇਦ ਦੇ ਵਿੱਚ ਦੱਸਦੇ ਹਨ ਕਿ ਇਸ ਤਰ੍ਹਾਂ ਚਿਦਾ ਭਾਸ ਭਾਵ ਭਾਸਣਾ ਪ੍ਰਤੀਤ ਹੋਣਾ, ਸਲੇ ਭਈ ਵਿਕਾਰ ਅਵਸਥਾ ਸੋਏ, ਇਹਨਾਂ ਦਾ ਕੰਮ ਹੈ ਜੀਵ ਦੇ ਵਿੱਚੋਂ ਵਿਕਾਰਾਂ ਨੂੰ ਪ੍ਰਗਟ ਕਰਨਾ ਤੇ ਵਿਕਾਰ ਦਿਸਣ ਵੀ ਲੱਗ ਜਾਂਦੇ ਆ। ਇਹਨਾਂ ਗੁਣਾਂ ਦੇ ਕਰਕੇ ਮਨੁੱਖ ਦੇ ਅੰਦਰ ਜੋ ਗੁਣ ਔਗਣ ਪੈਦਾ ਹੁੰਦੇ ਆ ਉਹਨਾਂ ਨੂੰ ਭਾਸਨਾ ਭਾਵ ਪ੍ਰਤੀਤ ਕਰਨਾ। ਸ਼ੁੱਧ ਸਤ ਵੈਲੇ ਮਾਇਆ ਜਿੰਪੀ ਮਲਨ ਸਤ ਵੈ ਮੁਖ ਤ੍ਰੈ ਗੁਣ ਸੋਏ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਸ਼ੁਰੂਆਤ ਦੇ ਤਿੰਨਾਂ ਗੁਣਾਂ ਦੀ ਜਿਹੜੀ ਮਲੀਨਤਾ ਮੁੱਖ ਹੈ, ਜਿਸ ਵਿੱਚ ਉਸ ਨੂੰ ਅਵਿਦਿਆ ਅਗਿਆਨਤਾ ਜਾਣੋ, ਉਹ ਅਵਿਦਿਆ ਗੁਰੂ ਜੀ ਦੇ ਉਪਦੇਸ਼ ਨਾਲ ਨਾਸ਼ ਹੁੰਦੀ ਹੈ। ਇਸ ਕੋਲੇ ਅਵਿਦਿਆ ਜਾਣੋ ਗੁਰੂ ਉਪਦੇਸ਼ ਬਿਨਾਸ਼ੀ ਹੋਏ। ਹੁਣ ਇਹ ਤਿੰਨੇ ਗੁਣ ਬੰਦੇ ਵਿੱਚ ਅਗਿਆਨਤਾ ਪੈਦਾ ਕਰਦੇ ਹੈ। ਪੈਸਾ ਗੁਰੂ ਦੇ ਸਿੱਖਾਂ ਕੋਲੇ ਗੁਰਮੁਖਾਂ ਕੋਲੇ ਵੀ ਕੋਈ ਥੋੜਾ ਨਹੀਂ ਹੈਗਾ, ਪਰ ਉਸ ਪੈਸੇ ਨੂੰ ਉਹ ਦੁਨੀਆ ਦੇ ਭਲੇ ਵਾਸਤੇ ਲਾ ਦਿੰਦੇ ਆ। ਕੋਈ ਸਤਿਨਾਮ। ਗੁਰੂ ਦੇ ਉਪਦੇਸ਼ ਦਾ ਸਦਕਾ, ਗੁਰੂ ਦੀ ਕਿਰਪਾ ਦੇ ਸਦਕਾ ਉਹਨਾਂ ਨੂੰ ਇਸ ਅਗਿਆਨਤਾ ਦੇ ਵਿੱਚੋਂ ਕੁਝ ਲੱਭਦਾ ਨਹੀਂ। ਪਤਾ ਲੱਗ ਗਿਆ ਵੀ ਇਹ ਮਾਇਆ ਚੱਲਦੀ ਫਿਰਦੀ ਹੀ ਚੰਗੀ ਰਹਿੰਦੀ ਹੈ। ਤੋ ਰੱਬ ਦੇ ਪਿਆਰੇ ਇਹਨਾਂ ਤਿੰਨਾਂ ਗੁਣਾਂ ਨੂੰ ਕਨਵਰਟ ਕਰ ਲੈਂਦੇ ਆ। ਜਿਹੜਾ ਮਨਮੁਖ ਹੈ ਉਹਦੇ ਅੰਦਰ ਮੋਹ ਪੈਦਾ ਹੋਊਗਾ, ਮੇਰੇ ਬੱਚੇ, ਮੇਰੀ ਕੁੱਲ, ਮੇਰੇ ਰਿਸ਼ਤੇਦਾਰ। ਤੇ ਗੁਰਮੁਖ ਜਿਹੜੇ ਹੈ ਉਹਨਾਂ ਦੇ ਅੰਦਰ ਮੋਹ ਕਨਵਰਟ ਹੋ ਕੇ ਪ੍ਰੇਮ ਬਣ ਜਾਊਗਾ, ਉਹਨਾਂ ਨੂੰ ਸਾਰੀ ਸ੍ਰਿਸ਼ਟੀ ਆਪਣੀ ਦਿਸੂਗੀ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਜਿਹੜਾ ਮਨਮੁਖ ਹੈ ਉਹਦੇ ਵਿੱਚ ਤਮੋ ਗੁਣ ਪ੍ਰਧਾਨ ਹੋ ਜਾਊਗਾ। ਆਪਣੇ ਪਰਿਵਾਰ ਪਾਲਣ ਲਈ, ਆਪਣੇ ਹੀ ਪਰਿਵਾਰ ਰਿਸ਼ਤੇਦਾਰਾਂ ਨੂੰ ਨੌਕਰੀਆਂ ਤੇ ਲਾਉਣ ਲਈ ਉਹਨਾਂ 'ਚ ਤਮੋ ਗੁਣ ਪ੍ਰਧਾਨ ਹੋ ਜਾਊਗਾ। ਪਰ ਗੁਰਮੁਖਾਂ ਦੇ ਵਿੱਚ ਇਹ ਤਮੋ ਘਟ ਕੇ ਸਤੋ ਗੁਣ ਵਿੱਚ ਆ ਜਾਣਗੇ।
ਇਸ ਤਰ੍ਹਾਂ ਗੁਰੂ ਉਪਦੇਸ਼ ਬਿਨਾਸੀ ਹੋਏ। ਇਹਨਾਂ ਤਿੰਨਾਂ ਗੁਣਾਂ ਨੂੰ ਗੁਰੂ ਦੇ ਉਪਦੇਸ਼ ਲੈ ਕੇ ਖਤਮ ਕੀਤਾ ਜਾ ਸਕਦਾ ਹੈ। ਅੰਤਿਸ਼ ਕਰਨ ਬਿਰਤ ਜਪ ਉਪਜੀ ਅੰਗ ਬ੍ਰਹਮ ਸਮ ਦਵੈਤ ਨ ਕੋਏ। ਔਰ ਜਦੋਂ ਅੰਤਿਸ਼ ਕਰਨ ਦੀ ਬਿਰਤੀ ਜਿਹੜੀ ਹੈ ਪਰਮੇਸ਼ਰ ਨਾਲ ਜੁੜ ਗਈ, ਮਨ ਬੁੱਧ ਚਿੱਤ ਹੰਕਾਰ ਇਹਨਾਂ ਸਾਰਿਆਂ ਵਿੱਚ ਜਦੋਂ ਸੱਚ ਆ ਗਿਆ, ਚਾਰਾਂ ਥਾਵਾਂ ਤੇ ਜਦੋਂ ਸੱਚ ਵਰਤ ਗਿਆ ਤੇ ਉਦੋਂ ਜੀਵ ਜਿਹੜਾ ਹੈ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਅਹੰ ਬ੍ਰਹਮ ਅੰਸਮੀ, ਮੈਂ ਪਰਮੇਸ਼ਰ ਦੀ ਅੰਸ਼ ਹਾਂ। ਜਦੋਂ ਇਹ ਗੱਲ ਸਮਝ ਲੈਂਦਾ ਹੈ ਫਿਰ ਉਹਦੇ ਵਿੱਚੋਂ ਦਵੈਤ ਖਤਮ ਹੋ ਜਾਂਦੀ ਹੈ। ਜਿਵੇਂ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੀ ਅਵਸਥਾ, ਮੈਂ ਬ੍ਰਹਮ ਦਾ ਸਰੂਪ ਹਾਂ ਔਰ ਮੇਰੇ ਸਾਹਮਣੇ ਵੀ ਸਾਰੇ ਬ੍ਰਹਮ ਦੇ ਸਰੂਪ ਹਨ। ਤਾਂ ਉਹ ਕਿਸੇ ਨੂੰ ਵੀ ਦੂਜਾ ਨਹੀਂ ਸਮਝਦਾ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਤੇ ਭਾਈ ਕਨ੍ਹਈਆ ਜੀ ਦੀ ਡਿਊਟੀ ਜਲ ਛਕਾਉਣ ਦੀ ਲਾਈ ਹੈ ਤੇ ਉਹ ਸਭ ਨੂੰ ਛਕਾਉਂਦੇ ਜਾ ਰਹੇ ਹੈ। ਸ਼ਿਕਾਇਤੀਆਂ ਦੀ ਸ਼ਿਕਾਇਤ ਸੁਣ ਕੇ ਗੁਰੂ ਸਾਹਿਬ ਨੇ ਬੁਲਾਇਆ ਹੈ ਤੇ ਪੁੱਛਿਆ, ਭਾਈ ਕਨ੍ਹਈਆ ਤੂੰ ਡਿਊਟੀ ਸਹੀ ਨਹੀਂ ਕਰਦਾ। ਮਹਾਰਾਜ ਕਿਸ ਤਰ੍ਹਾਂ? ਕਹਿੰਦੇ ਤੂੰ ਪਾਣੀ ਦੁਸ਼ਮਣ ਨੂੰ ਪਿਆਉਣਾ। ਕਹਿੰਦੇ ਨਾ ਜੀ, ਉੱਥੇ ਦੁਸ਼ਮਣ ਕੋਈ ਹੈ ਹੀ ਨਹੀਂਗਾ। ਕਹੋ ਸਤਨਾਮ। ਜਦੋਂ ਕਿ ਹਾਲੀਆਂ ਜੰਗ ਹੋ ਰਹੀ ਹੈ, ਪਰ ਭਾਈ ਕਨ੍ਹਈਆ ਜੀ ਤਾਂ 3 ਅਵਸਥਾ 'ਚੋਂ ਨਿਕਲ ਕੇ ਚੌਥੀ 'ਚ ਵੜ ਚੁੱਕੇ ਆ। ਕਹੋ ਸਤਨਾਮ। ਚੌਥੀ ਅਵਸਥਾ ਵਿੱਚ ਜਾ ਕੇ ਉਹਨਾਂ ਦੇ ਨੇਤਰਾਂ ਦੀ ਦੇਖਣੀ ਵੀ ਬਦਲ ਗਈ ਹੈ। ਜੈਸਾ ਵੇਖਿਆ ਤੈਸਾ ਵੇਖ, ਜਿਹੋ ਜਿਹੇ ਬੰਦੇ ਦੀ ਨਿਗਾਹ ਹੋਊਗੀ ਦੁਨੀਆ ਉਹਨੂੰ ਉਹੋ ਜਿਹੀ ਦਿਸੂਗੀ। ਇਸੇ ਕਰਕੇ ਗੁਰੂ ਦਾ ਉਪਦੇਸ਼ ਹੈ, ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣ। ਤੇ ਗੁਰੂ ਉਪਦੇਸ਼ ਦੇ ਨਾਲ ਸਾਡੀ ਨਿਗਾਹ ਹੀ ਬਦਲਦੀ ਹੈ। ਨਿਗਾਹ ਦਾ ਆਪਰੇਸ਼ਨ ਹੀ ਕਰਦੇ ਆ, ਨਿਗਾਹ ਹੀ ਖਰਾਬ ਹੈ ਸਾਡੀ। ਕਹੋ ਸਤਨਾਮ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਜਦੋਂ ਅੰਤਿਸ਼ ਕਰਨ ਦੇ ਵਿੱਚ ਸੱਚ ਆ ਜਾਂਦਾ ਹੈ ਕਿ ਮੈਂ ਬ੍ਰਹਮ ਦੀ ਅੰਸ਼ ਹਾਂ ਤੇ ਉਹ ਦਵੈਤ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ। ਤੇ ਭਾਈ ਕਨ੍ਹਈਆ ਜੀ ਕਹਿੰਦੇ ਨਾ ਜੀ, ਮੈਂ ਤਾਂ ਜਲ ਜਦੋਂ ਵੀ ਛਕਾਉਣਾ ਬੁੱਕ ਦੇਖਦਾ ਤੇ ਮੈਨੂੰ ਤੁਹਾਡਾ ਲੱਗਦਾ ਮੈਂ ਤਾਂ ਤੁਹਾਨੂੰ ਹੀ ਛਕਾਉਣਾ। ਕਹੋ ਸਤਨਾਮ। ਤੇ ਸਤਿਗੁਰਾਂ ਨੇ ਸ਼ਿਕਾਇਤੀਆਂ ਦੀ ਸ਼ਿਕਾਇਤ ਸੁਣ ਕੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ, ਬਲਕਿ ਸ਼ਾਬਾਸ਼ ਦਿੱਤੀ। ਕਹਿੰਦੇ ਹਾਂ ਇਹੀ ਚਾਹੀਦਾ ਜੈਸਾ ਤੂੰ ਹੈ, ਕਿਉਂਕਿ ਗੁਰੂ ਨੂੰ ਪਤਾ ਹੈ ਕਿ ਮੇਰਾ ਇੰਨੇ ਸਿੱਖਾਂ ਦੇ ਵਿੱਚੋਂ ਇੱਕ ਬੱਚਾ ਚੌਥੀ ਕਲਾਸ 'ਚ ਹੋ ਗਿਆ। ਕਹੋ ਸਤਨਾਮ। ਫਿਰ ਮਾਸਟਰ ਨੂੰ ਖੁਸ਼ੀ ਨਹੀਂ ਹੋਊਗੀ, ਉਸਤਾਦ ਨੂੰ ਖੁਸ਼ੀ ਨਹੀਂ ਹੋਊਗੀ? ਖੁਸ਼ੀ ਹੋਈ ਆ। ਕਹਿੰਦੇ ਠੀਕ ਹੈ, ਜੇ ਤੂੰ ਮੈਨੂੰ ਜਲ ਛਕਾਉਣਾ ਹੈ ਤੇ ਆ ਮੇਰੇ ਮੱਲ੍ਹਮ ਪੱਟੀ ਵੀ ਕਰ ਦਿਆ ਕਰ। ਤੇ ਉਹਨੂੰ ਕੋਈ ਗੁਰੂ ਸਾਹਿਬ ਦੇ ਸੱਟ ਤਾਂ ਨਹੀਂ ਵੱਜਦੀ ਨਾ, ਪਰ ਉਹਨੂੰ ਜ਼ਖਮੀਆਂ ਦੇ ਵਿੱਚੋਂ ਪਰਮੇਸ਼ਰ ਦਿਖਾਈ ਦੇਣ ਲੱਗਿਆ। ਇਸ ਕਰਕੇ ਉਹਨੂੰ ਹਰ ਪਾਸੇ ਬ੍ਰਹਮ ਦਿਸਣ ਲੱਗਿਆ। ਉਹ ਬ੍ਰਹਮ ਲੀਨ ਹੋ ਗਿਆ ਹੈ, ਬ੍ਰਹਮ ਅੰਸ਼ਮੀ ਹੋ ਗਿਆ ਹੈ ਤੇ ਉਹਦੀ ਦਵੈਤ ਖਤਮ ਹੋ ਗਈ ਜੀ। ਦੋਹਰਾ ਤੀਰਥ ਅਖੰਡਾ ਕਾਰਿਆਸ ਵਿਦਿਆ ਨਾਮ ਸੁਜਾਨ। ਤੋ ਵਿਦਿਆ ਤੇ ਅਵਿਦਿਆ, ਅਵਿਦਿਆ ਹੈ ਅਗਿਆਨਤਾ, ਵਿਦਿਆ ਹੈ ਗਿਆਨ। ਜਦੋਂ ਬਿਰਤੀ ਅਖੰਡਾਕਾਰ ਹੋ ਗਈ, ਬਿਰਤੀ ਗੋਲ ਹੋ ਗਈ, ਸਾਰੇ ਪਾਸੇ ਪਰਮੇਸ਼ਰ ਦਿਸਣ ਲੱਗਿਆ, ਇਸ ਨੂੰ ਸਿਆਣੇ ਬੰਦੇ ਵਿਦਿਆ ਕਹਿੰਦੇ ਹਨ, ਭਾਵ ਗਿਆਨ ਕਹਿੰਦੇ ਹਨ। ਵਿਦਿਆ ਵਿਚਾਰੀ ਤਾਂ ਕੀ ਲਿਖਿਆ ਬਾਣੀ 'ਚ? ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੇ ਜੇ ਵਿਦਿਆ ਨੂੰ ਵਿਚਾਰ ਕੇ ਪਰਉਪਕਾਰ ਕਰਨਾ ਨਹੀਂ ਸਿੱਖਿਆ, ਫਿਰ ਹਜੇ ਵਿਦਿਆ ਪੜ੍ਹੀ ਨਹੀਂ ਇਸਨੇ। ਕਹੋ ਸਤਨਾਮ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੋ ਕਦੇ ਨ ਪਾਵੇ ਭਾਈ, ਫਿਰ ਪਛੋਤਾਵੇ। ਇਸ ਕਰਕੇ ਵਿਦਿਆ ਕੀ ਹੈ? ਗਿਆਨ। ਗਿਆਨ ਹੋ ਗਿਆ ਤੇ ਉਹ ਪਰਉਪਕਾਰ ਕਰਦਾ ਹੈ, ਅਗਿਆਨਤਾ ਵਿੱਚ ਖੋਹਦਾ ਹੈ, ਗਿਆਨ ਵਿੱਚ ਦੇਣਾ ਹੈ। ਕਹੋ ਸਤਨਾਮ। ਇੰਨੇ ਫਰਕ ਆ। ਤਾਂ ਜਦੋਂ ਬਿਰਤੀ ਅਖੰਡਾਕਾਰ ਹੋ ਗਈ, ਭਾਵ ਬਿਰਤੀ ਟੁੱਟਣੋਂ ਖਤਮ ਹੋ ਗਈ ਤੇ ਅਖੰਡ ਹਰ ਥਾਂ ਤੇ ਉਸ ਦਾ ਦਿਖਾਈ ਦੇਣਾ ਸ਼ੁਰੂ ਹੋ ਗਿਆ, ਤਾਂ ਫਿਰ ਇਸ ਨੂੰ ਵਿਦਿਆ ਦਾ ਨਾਮ ਦਿੰਦੇ ਹਨ। ਕਾਰਨ ਕਾਰਜ ਭੇਦ ਤੇ ਦੁਬਦਾ ਹਨ ਅਗਿਆਨ। ਤਾਂ ਉਹਨਾਂ ਦੇ ਅੰਦਰ ਇਹ ਅਗਿਆਨਤਾ ਖਤਮ ਹੋ ਜਾਂਦੀ ਹੈ, ਕਾਰਨ ਕਾਰਜ ਰੂਪ ਨਸ਼ਟ ਹੋ ਜਾਂਦੇ ਹਨ। ਤਾਂ ਉਹਨਾਂ ਦੇ ਵਾਸਤੇ ਕਾਰਨ ਕਰਤਾ ਇੱਕ ਪਰਮੇਸ਼ਰ ਰਹਿ ਜਾਂਦਾ ਹੈ। ਦੋ ਤਰ੍ਹਾਂ ਦੀ ਬਿਰਤੀ ਹੈ, ਇੱਕ ਕੁੱਤੇ ਵਰਗੀ ਬਿਰਤੀ ਹੈ, ਇੱਕ ਸ਼ੇਰ ਵਰਗੀ ਬਿਰਤੀ ਹੈ। ਮੈਂ ਉਦਾਹਰਨ ਦੇ ਤੌਰ 'ਤੇ ਸਮਝਾਵਾਂ, ਜਦੋਂ ਤੁਸੀਂ ਸ਼ੇਰ ਦੇ ਮਾਰੋਗੇ ਤਾਂ ਸ਼ੇਰ ਤੁਹਾਡੀ ਸੋਟੀ ਨੂੰ, ਬੰਦੂਕ ਨੂੰ ਨਹੀਂ ਫੜੇਗਾ। ਕਹੋ ਸਤਨਾਮ। ਸ਼ੇਰ ਤੁਹਾਡੇ ਉੱਤੇ ਹਮਲਾ ਕਰੇਗਾ। ਤੇ ਕੁੱਤੇ ਦੇ ਡਲਾ ਮਾਰੋ ਤੇ ਕੁੱਤਾ ਤੁਹਾਨੂੰ ਛੱਡ ਕੇ ਡਲੇ ਮਗਰ ਭੱਜਦਾ। ਕਹੋ ਸਤਨਾਮ। ਤਾਂ ਇਸ ਕਰਕੇ ਗੁਰਮੁਖਾਂ ਦੀ ਬਿਰਤੀ ਸ਼ੇਰ ਵਰਗੀ ਹੈ,
ਕਿ ਜੋ ਵੀ ਹੋ ਰਿਹਾ ਇਹਦੇ ਪਿੱਛੇ ਕਰਤਾ ਹੀ ਕਾਰਨ ਹੈ, ਹੋਰ ਕੋਈ ਨਹੀਂ। ਤੇ ਮਨਮੁਖਾਂ ਦੀ ਬਿਰਤੀ ਕੁੱਤੇ ਵਰਗੀ ਹੈ, ਮੈਨੂੰ ਫਲਾਣੇ ਨੇ ਮਾਰਿਆ, ਮੈਨੂੰ ਉਹਨੇ ਮਾਰਿਆ, ਮੈਨੂੰ ਉਹਨੇ ਮਾਰਿਆ। ਬੜੀ ਸੋਹਣੀ ਗੱਲ ਯਾਦ ਆ ਗਈ ਮੇਰੇ। 10ਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਹੈ ਘੋੜਿਆਂ ਨੂੰ ਸੰਭਾਲਣ ਵਾਲਾ, ਤੇ 10ਵੇਂ ਪਾਤਸ਼ਾਹ ਤੜਕੇ ਤੜਕੇ ਇੱਕ ਰੌਂਡ ਲਾਉਂਦੇ ਆ, ਜਿਵੇਂ ਸ਼ਹਿਰ ਕਰਨ ਜਾਂਦੇ ਆ ਉਦੋਂ ਤੜਕੇ ਆਨੰਦਪੁਰ ਸਾਹਿਬ 'ਚ ਇੱਕ ਰੌਂਡ ਲਾਉਂਦੇ ਆ, ਚੱਕਰ ਲਾਉਂਦੇ ਆ। ਤੇ ਰਸਤੇ ਵਿੱਚ ਖੜੇ ਮੇਰੇ ਵਰਗੇ ਕਈ ਚਿੱਟੇ ਕੱਪੜਿਆਂ ਵਾਲੇ ਰਾਗੀ ਗ੍ਰੰਥੀ ਵੀ ਖੜੇ ਹੋਣਗੇ, ਹੋਰ ਸਿੱਖ ਵੀ ਖੜੇ ਹੁੰਦੇ ਨੇ। ਉਹਨਾਂ ਦੇ ਕੋਲ ਦੀ ਲੰਘ ਜਾਂਦੇ ਆ ਤੇ ਪਹੁੰਚਦੇ ਆ ਤਵੇਲੇ 'ਚ, ਤੇ ਤਵੇਲੇ ਵਿੱਚ ਇਹ ਘੋੜਿਆਂ ਵਾਲਾ ਹੈ ਭਾਈ ਬੇਲਾ, ਤੇ ਉਹਨੂੰ ਜਾ ਕੇ ਗਲਵੱਕੜੀ 'ਚ ਲੈਂਦੇ ਆ, ਪਿਆਰ ਕਰਦੇ ਆ। ਕਹੋ ਸਤਨਾਮ। ਮੇਰੇ ਵਰਗਿਆਂ ਨੂੰ ਕੋਈ ਚਿੱਟੇ ਕੱਪੜਿਆਂ ਵਾਲਿਆਂ ਨੂੰ ਈਰਖਾ ਹੋ ਗਈ ਵੀ ਸਾਡੇ ਕਿੰਨੇ ਸੋਹਣੇ ਕੱਪੜੇ ਆ, ਤੇ ਬਾਬਾ ਸਾਡੇ ਕੋਲ ਦੀ ਆਈ ਟੱਪ ਜਾਂਦੇ ਆ, ਸਾਡੇ ਕੰਨੀ ਦੇਖਦੇ ਵੀ ਨਹੀਂ, ਤੇ ਉਹ ਲਿਬੜੇ ਤਿਬੜੇ ਘੋੜਿਆਂ ਵਾਲੀ ਨੂੰ ਗਲਵੱਕੜੀ 'ਚ ਲੈ ਲੈਂਦੇ ਆ। ਕਹੋ ਸਤਨਾਮ। ਈਰਖਾ ਹੋ ਗਈ। ਉਹਨਾਂ ਨੇ ਸੋਚਿਆ ਵੀ ਗੁਰੂ ਸਾਹਿਬ ਦਾ ਧਿਆਨ ਹੀ ਇਹਦੇ 'ਚ ਰਹਿੰਦਾ, ਆਪਾਂ ਕਿਉਂ ਨਾ ਇਹਨੂੰ ਭਜਾ ਦਈਏ ਕੁੱਟ ਕੇ ਇੱਥੋਂ। ਕਹੋ ਸਤਨਾਮ। ਉਹਨਾਂ ਨੇ ਰਲ ਕੇ 5-7 ਨੇ ਉਹਨੂੰ ਕੁੱਟਤਾ, ਸੱਟਾਂ ਮਾਰੀਆਂ, ਖੂਨ ਨਿਕਲਿਆ। ਹੁਣੇ ਪੱਟੀਆਂ ਵਾਲੀਆਂ ਕੂਣੀਆਂ ਕਾਣੇ ਜਿੱਥੇ ਸੱਟਾਂ ਵੱਜੀਆਂ ਸੀਗੀਆਂ। ਘੋੜੇ ਦੀ ਫੇਰਾ ਕਰੀ ਜਾਂਦਾ ਸੇਵਾ। ਤੇ ਗੁਰੂ ਪਿਆਰੇ ਉਹ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਲਾਈ। ਤੇ ਦੂਜੇ ਦਿਨ ਪਾਤਸ਼ਾਹ ਘੁੰਮਦੇ ਘੁਮਾਉਂਦੇ ਫੇਰ ਪਹੁੰਚੇ, ਗੱਲਬਾਤ ਪੁੱਛੀ, ਕੀ ਹਾਲ ਆ ਬੇਲਿਆ? ਠੀਕ ਆ ਮਹਾਰਾਜ। ਆ ਕੀ ਹੋਇਆ? ਕਹਿੰਦੇ ਕੁਛ ਨਹੀਂ ਹੋਇਆ। ਆ ਤੇਰੇ ਸੱਟ ਕਿਹਨੇ ਮਾਰੀ ਆ? ਕਿਸੇ ਨੇ ਨਹੀਂ ਮਾਰੀ। ਨਹੀਂ ਆ ਸੱਟ ਵੱਜੀ ਆ, ਪੱਟੀਆਂ ਬੰਨੀਆਂ, ਆ ਖੂਨ ਨਿਕਲਿਆ ਪਿਆ ਤੇਰੇ, ਕੀ ਗੱਲ ਆ ਇਹ? ਕਹਿੰਦਾ ਜੀ ਕਿਸੇ ਨੇ ਨਹੀਂ ਮਾਰੀ। ਕਹਿੰਦੇ ਮੈਨੂੰ ਦੱਸਤਾ ਦੇ ਤੇਰੇ ਸੱਟ ਕਿਹਨੇ ਮਾਰੀ ਆ? ਪੁੱਛਿਆ ਉਹਨੂੰ, ਕਹਿੰਦਾ ਜੀ ਤੁਸੀਂ ਮਾਰੀ ਆ। ਕਹੋ ਸਤਨਾਮ। ਤੁਸੀਂ ਮਾਰੀ ਆ? ਗੁਰੂ ਸਾਹਿਬ ਕਹਿੰਦੇ ਮੈਂ ਕਿਵੇਂ ਮਾਰਤੀ ਤੇਰੇ ਸੱਟ? ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦੇ ਤੁਹਾਡੇ ਹੁਕਮ ਤੋਂ ਬਿਨਾਂ ਪਤਾ ਨਹੀਂ ਝੂਲਦਾ, ਫਿਰ ਸੱਟ ਕਿਵੇਂ ਵੱਜ ਗਈ ਮੇਰੇ? ਕਹੋ ਸਤਨਾਮ। ਇਹ ਵੀ ਤੁਹਾਡੇ ਹੁਕਮ 'ਚ ਹੀ ਆ। ਭਾਵ ਕਿ ਉਸ ਵੇਲੇ ਨੇ ਸ਼ਿਕਾਇਤ ਨਹੀਂ ਲਾਈ। 30 ਕਾਲ ਪਾਤਸ਼ਾਹ ਪੁੱਛਦੇ ਰਹੇ, ਉਹਨੇ ਦੱਸਿਆ ਨਹੀਂ ਕਿ ਸੱਟ ਵੱਜੀ ਕਿੱਥੋਂ। ਤੇ ਅਖੀਰ ਗੁਰੂ ਪਿਆਰਿਓ ਪਾਤਸ਼ਾਹ ਨੇ ਦੀਵਾਨ ਵਿੱਚ ਆ ਕੇ ਪੁੱਛਿਆ, ਬਈ ਜਿਨ੍ਹਾਂ ਨੇ ਭਾਈ ਬੇਲੇ ਨੂੰ ਕੁੱਟਿਆ ਖੜੇ ਹੋ ਜਾਓ। ਆਪਦੇ ਜਣੇ ਤਾਂ ਉਹਨੂੰ ਅੱਧ ਮੋਇਆ ਕਰਕੇ ਸਿੱਟੇ ਆਏ ਸੀਗੇ, ਪਰ ਗੁਰੂ ਨੇ ਫਿਰ ਬਚਾ ਲਿਆ। ਕਹੋ ਸਤਨਾਮ। ਪਹਿਲਾਂ ਤਾਂ ਖੜੇ ਨਾ ਹੋਏ। ਪਾਤਸ਼ਾਹ ਕਹਿੰਦੇ ਹੁਣ ਨਾਮ ਦੱਸਾਂ ਕਿਹੜੇ ਕਿਹੜੇ ਆ? ਕਿ ਉੱਠਦੇ ਹੋ ਖੜੇ ਹੋ ਗਏ। ਹਾਂਜੀ ਗਲਤੀ ਹੋ ਗਈ ਜੀ। ਗਲਤੀ ਕਿਵੇਂ ਹੋ ਗਈ? ਮਾਰਿਆ ਕਿਉਂ ਉਹਦੇ ਜੀ? ਗਲਤੀ ਹੋ ਗਈ। ਗਲਤੀ ਹੋਈ ਕਿਉਂ ਆ? ਕਾਰਨ ਕੀ ਹੈ? ਮਹਾਰਾਜ ਜੀ ਤੁਸੀਂ ਤੜਕੇ ਜਦੋਂ ਰਾਉਂਡ ਲਾਉਣੇ ਹੋ, ਸ਼ੈਰ ਕਰਦੇ ਸਾਡੇ ਕੋਲ ਦੀ ਆਈ ਟੱਪ ਜਾਂਦੇ ਹੋ। ਉਹ ਘੋੜਿਆਂ ਨੂੰ ਨਵਾਉਂਦਾ ਹੋਇਆ ਲਿਬੜਿਆ ਹੁੰਦਾ, ਪਾਣੀ ਪਿਆ ਹੁੰਦਾ ਕੱਪੜਿਆਂ ਉੱਤੇ, ਗਿੱਲਾ ਹੁੰਦੇ ਕੱਪੜੇ, ਉਹਨੂੰ ਜਾ ਕੇ ਤੁਸੀਂ ਗਲਵੱਕੜੀ ਲੈ ਲੈਂਦੇ ਹੋ, ਸਾਡੇ ਕੰਨੀ ਝਾਕਦੇ ਵੀ ਨਹੀਂ ਮਿੱਠਾ ਜਾ। ਕਹੋ ਸਤਨਾਮ। ਪਾਤਸ਼ਾਹ ਕਹਿੰਦੇ ਪਤਾ ਉਹ ਸੇਵਾ ਕਿਵੇਂ ਕਰਦਾ? ਤੁਸੀਂ ਤਾਂ ਕਰਕੇ ਘੰਟਾ ਕਥਾ ਥੱਕ ਗਏ, ਬਈ ਹੁਣ ਤਾਂ 2 ਘੰਟੇ ਸੌਂ ਲਈਏ। ਕਹੋ ਸਤਨਾਮ। ਕਰਕੇ ਘੰਟਾ ਕੁ ਸੇਵਾ ਕਹਿ ਦਿੰਦੇ, ਥੱਕ ਗਏ ਹੁਣ ਤਾਂ ਸੌਂ ਜੀਏ। ਉਹ ਹਮੇਸ਼ਾ ਘੋੜਿਆਂ ਦੀ ਸੇਵਾ ਲੱਗਿਆ ਰਹਿੰਦਾ ਹੈ। ਹਾਏ ਮੇਰੇ ਪਾਤਸ਼ਾਹ ਦੇ ਘੋੜੇ ਲਿਆਵਾਂ, ਤੇਰੇ ਖਰਖਰਾ ਕਰਦੇ ਆ। ਤੂੰ ਪਾਤਸ਼ਾਹ ਨੂੰ ਸ਼ੈਰ ਕਰਾ ਕੇ ਲਿਆਇਆ, ਕਹੋ ਮੈਂ ਤੇਰੀ ਸੇਵਾ ਕਰ ਲਵਾਂ। ਤੂੰ ਪਾਤਸ਼ਾਹ ਦੀ ਸੇਵਾ ਕਰਨਾ ਆਇਆ ਹੈ। ਉਹ ਕੇਵਲ ਤੇ ਕੇਵਲ ਵਾਹਿਗੁਰੂ ਕਹਿਣਾ, ਰਾਮ ਕਹਿਣਾ, ਰੱਬ ਦਾ ਨਾਮ ਨਹੀਂ, ਵਾਰ-ਵਾਰ ਸੱਚੇ ਪਾਤਸ਼ਾਹ ਕਹਿਣਾ ਵੀ ਤਾਂ ਰੱਬ ਨੂੰ ਜਪਣਾ ਹੀ ਆ। ਕਹੋ ਸਤਨਾਮ। ਤੇ ਕਿੰਨੀ ਉਹ ਸੇਵਾ ਕਰਦਾ ਸੱਚੇ ਪਾਤਸ਼ਾਹ ਦੇ ਕੋਲੇ। ਕਦੇ ਨਵਾਤਾ, ਕਦੇ ਖਰਖਰਾ ਫੇਰਤਾ, ਕਦੇ ਉਹਦਾ ਮੂੰਹ ਸਾਫ਼ ਕਰਤਾ ਪਰਨੇ ਨਾਲ। ਘੋੜਿਆਂ ਵਾਲਿਆਂ ਨੂੰ ਪਤਾ ਘੋੜਿਆਂ ਦੀ ਸੇਵਾ ਕਿਵੇਂ ਕਰਦੀ ਹੈ। ਘੋੜਾ ਵੀ ਓਨਾ ਹੀ ਪਿਆਰ ਕਰਦਾ ਉਹਦੇ ਨਾਲ। ਫਿਰ ਇਸ ਤਰ੍ਹਾਂ ਪਾਤਸ਼ਾਹ ਨੇ ਫਿਰ ਉੱਥੇ ਵੀ ਬਚਨ ਉਚਾਰਿਆ ਦੀਵਾਨ ਦੇ ਵਿੱਚ। ਕਹਿੰਦੇ ਸੁਣ ਲਓ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਇਹ ਤਾਂ ਜਿਹੜੇ ਪ੍ਰੇਮ ਕਰਦੇ ਆ ਉਹਨਾਂ ਨੂੰ ਪਰਮੇਸ਼ਰ ਮਿਲਦਾ ਹੈ। ਇਸ ਕਰਕੇ ਸਿੱਖੋ ਬਿਰਤੀ ਅਖੰਡ ਕਾਰ ਅਸ ਵਿਦਿਆ ਨਾਮ ਸੁਜਾਨ, ਕਾਰਨ ਕਾਰਜ ਭੇਦ ਤੇ ਦੁਬਦਾ ਹਾਨ ਅਗਿਆਨ। ਜਿਹੜਾ ਅਗਿਆਨਤਾ ਵਿੱਚ ਦੁਬਦਾ ਸੀ, ਫਲਾਣੇ ਨੇ ਮਾਰਿਆ, ਧਿਉਂਕੇ ਨੇ ਮਾਰਿਆ, ਉਹਨਾਂ ਦੀ ਦੁਬਦਾ ਹੀ ਖਤਮ ਹੋ ਗਈ, ਅਗਿਆਨਤਾ ਖਤਮ ਹੋ ਗਈ। ਉਹ ਇੱਕ ਪਰਮੇਸ਼ਰ ਤੇ ਹੀ ਟੇਕ ਰੱਖਦੇ ਹੈ। ਉਹੀ ਮਾਰਨ ਵਾਲਾ ਤੇ ਉਹ ਹੀ ਬਚਾਉਣ ਵਾਲਾ ਹੈ। ਤਨ ਇੰਦਰੀ ਮਨ ਪ੍ਰਾਣ ਅਨਾਤਮ, ਇਸ ਸੰਗਾਤ ਵਿਖੇ ਬੁੱਧ ਆਤਮ। ਔਰ ਸਾਡਾ ਤਨ ਹੈ, ਸਾਡੀਆਂ ਇੰਦਰੀਆਂ ਭਾਵ ਅੱਖ, ਨੱਕ, ਕੰਨ, ਜੀਵ, ਹੱਥ, ਪੈਰ, ਇਹਨਾਂ 'ਚ ਕੋਈ ਚੇਤਨਾ, ਕੋਈ ਆਤਮਾ ਨਹੀਂ ਹੈਗੀ। ਇਹਨਾਂ 'ਚ ਕੋਈ ਵੀ ਚੇਤਨਾ ਨਹੀਂ ਹੈਗੀ। ਜੇ ਇਹਨਾਂ ਵਿੱਚ ਆਤਮਾ ਨਾ ਹੋਵੇ, ਕੋ ਸਤਨਾਮ।
ਮਰਨ ਤੋਂ ਬਾਅਦ ਵੀ ਤਾਂ ਹੱਥ ਪੈਰ ਪਏ ਹੁੰਦੇ ਆ ਨਾ, ਉਦੋਂ ਕਿਉਂ ਨਹੀਂ ਉੱਠ ਕੇ ਕੰਮ ਕਰਦਾ ਇਹ? ਕਹੋ ਸਤਿਨਾਮ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਸਭ ਜੜ ਹਨ, ਇਹ ਸਰੀਰ ਸਾਡਾ ਜੜ ਹੈ। ਜਦੋਂ ਪਰਮੇਸ਼ਰ ਇਹਦੇ ਵਿੱਚ ਆਪਣੀ ਆਤਮਾ ਨੂੰ ਪ੍ਰਵੇਸ਼ ਕਰਾਉਂਦਾ ਹੈ ਫਿਰ ਇਹ ਚੱਲਣ ਲੱਗਦੀ ਆ। ਕਹੋ ਸਤਿਨਾਮ। ਫਿਰ ਇਹ ਕੰਮ ਕਰਦੀ ਆ। ਤਨ, ਇੰਦਰੀ, ਮਨ, ਪ੍ਰਾਣ ਇਹ ਸਭ ਅਨਾਤਮ ਹਨ, ਇਹਨਾਂ ਵਿੱਚ ਚੇਤਨਾ ਨਹੀਂ ਹੈ। ਇਹਨਾਂ ਸਾਰਿਆਂ ਦੇ ਵਿੱਚ ਕੇਵਲ ਤੇ ਕੇਵਲ ਆਤਮਾ ਕਰਕੇ ਹੀ ਜਿਹੜਾ ਹੈ ਸ਼ਕਤੀ ਹੈ ਜਾਂ ਬੋਲਣਾ ਚੱਲਣਾ ਹੈ। ਬੰਦਨਾ ਇਹ ਸਦਾ ਦੁਖ ਕਾਰਨਾ, ਅਹੰਗ ਦੇਹ ਲਖ ਕਰੇ ਉਚਾਰਨਾ। ਔਰ ਮਨੁੱਖ ਦੇ ਅੰਦਰ ਜਿਹੜੀ ਬੁੱਧੀ ਹੈ, ਇਸ ਬੁੱਧੀ ਦੇ ਵਿੱਚ ਚੇਤਨਾ ਹੈ, ਔਰ ਬੁੱਧੀ ਨੂੰ ਵਰਤਦਾ ਹੋਇਆ ਕਹਿੰਦਾ ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਬਸ ਇਹੋ ਹੀ ਬੰਧਨਾਂ ਦਾ ਤੇ ਦੁੱਖਾਂ ਦਾ ਕਾਰਨ ਬਣਦਾ ਹੈ। ਅਹੰ ਦੇ, ਮੈਂ ਫਲਾਨਾ ਸਿਓ, ਮੈਂ ਪਹਿਲਵਾਨ। ਅਹੰਗ ਦੇਹ, ਸਰੀਰ ਦਾ ਹੰਕਾਰ ਹੋ ਗਿਆ। ਲੱਖ ਕਰੇ ਉਚਾਰਨ, ਆਪਣੇ ਸਰੀਰ ਨੂੰ ਦੇਖ ਕੇ ਕਹਿੰਦਾ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਪਰ ਉਹੀ ਬੰਦੇ ਜਿਨ੍ਹਾਂ ਨੇ 84 ਦੇ ਵਿੱਚ ਆਪਣੇ ਹੰਕਾਰ ਦੇ ਵਿੱਚ, ਚਾਹੇ ਕੁਰਸੀਆਂ ਦੇ ਹੰਕਾਰ 'ਚ, ਚਾਹੇ ਸਰੀਰਕ ਹੰਕਾਰ 'ਚ, ਗੁਰੂ ਪਿਆਰਿਓ ਜਿਨ੍ਹਾਂ ਨੇ ਮਾੜੇ ਕਰਮ ਕੀਤੇ, ਉਸ ਵੇਲੇ ਬੇਅੰਤ ਜਨਤਾ ਦਾ ਕਤਲੇਆਮ ਕੀਤਾ, ਅੱਜ ਉਹ ਪਛਤਾਉਂਦੇ ਆ ਮੰਜਿਆਂ ਤੇ ਪਏ ਹੋਏ। ਕਹੋ ਸਤਿਨਾਮ। ਅੱਜ ਉਹ ਪਛਤਾ ਰਹੇ ਨੇ ਕਿਉਂਕਿ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹ ਦੇਹ ਦੇ ਹੰਕਾਰ ਕਰਕੇ ਕੀਤੀਆਂ। ਪ੍ਰੀਤਮ ਜੀ ਕਹਿੰਦੇ ਬਸ ਇਹੋ ਹੀ ਬੰਧਨ ਦਾ, ਇਹੋ ਹੀ ਬੰਧਨ ਦਾ ਕਾਰਨ ਬਣਦਾ ਹੈ। ਅਭਿਆਸੇ ਗੁਰ ਸ਼ਬਦ ਕੋ ਮਿਟੇ ਦੇਹ ਅਭਿਮਾਨ। ਔਰ ਦੇਹ ਦਾ ਹੰਕਾਰ ਕਦੋਂ ਖਤਮ ਹੁੰਦਾ ਹੈ? ਜਿਸ ਵੇਲੇ ਗੁਰੂ ਪਿਆਰਿਓ ਗੁਰੂ ਦੇ ਸ਼ਬਦ ਦਾ ਸਿਮਰਨ ਕਰਾਂਗੇ। ਕਹੋ ਸਤਿਨਾਮ। ਤਾਂ ਪ੍ਰੀਤਮ ਜੀ ਦਾ ਇੱਕ ਬਚਨ ਹੈ ਕਬੀਰ ਸਾਹਿਬ ਜੀ ਦਾ, ਕਬੀਰ ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗਿਆ ਹੋਏ ਸੋ ਹੋਏ। ਤਾਂ ਇੱਥੇ ਕੀ ਕਹਿਣਾ ਚਾਹੁੰਦੇ ਆ ਕਬੀਰ ਸਾਹਿਬ ਜੀ ਕਿ ਜਦੋਂ ਸਤਿਗੁਰਾਂ ਕੋਲੇ ਜਾਓ ਨਾ ਤੇ ਆਪਣੀ ਪਦਵੀ, ਮੈਂ SP, ਮੈਂ DSP, ਮੈਂ ਥਾਣੇਦਾਰ, ਜਾਂ ਮੈਂ ਫਲਾਨਾ, ਜਾਂ ਮੈਂ ਧਿਉਂਕਾ, ਇਹ ਸਭ ਘਰੇ ਛੱਡ ਆਓ। ਇਹ ਜਿਹੜੇ ਬਿੱਲੇ ਆ ਨਾ ਨੌਕਰੀਆਂ ਵਾਲੇ ਜਾਂ ਪਦਵੀਆਂ ਵਾਲੇ, ਕੁਰਸੀਆਂ ਵਾਲੇ, ਘਰੇ ਲਾ ਕੇ ਰੱਖੇ ਆਓ। ਇੱਥੇ ਤਾਂ ਸਿੱਖ ਬਣ ਕੇ ਆਓ। ਜੇ ਕੁਝ ਲੈਣਾ ਤਾਂ, ਜੇ ਕੁਝ ਲੈਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਮੰਗਤੇ ਦੀ ਤਰ੍ਹਾਂ ਦਰ ਦੇ ਉੱਤੇ ਆਓ, ਸਿੱਖ ਬਣ ਕੇ ਆਓ, ਤਾਂ ਤੁਹਾਨੂੰ ਸਿੱਖਿਆ ਮਿਲੂਗੀ। ਯਾਦ ਹੋਣਾ ਤੁਹਾਨੂੰ ਮੁਕਤਸਰ ਸਾਹਿਬ ਦਾ ਜਿਹੜਾ ਘਟਨਾਕ੍ਰਮ ਹੋਇਆ, ਉਹ ਜਿਹੜੇ 40 ਮੁਕਤੇ, ਉਹਨਾਂ ਦੇ ਨਾਲ ਦੇ 100-200 ਨੰਬਰਦਾਰ ਚੌਧਰੀ ਜਿਹੜੇ ਆਏ ਸੀ ਆਪਣੇ ਅੰਮ੍ਰਿਤਸਰ ਦੇ ਇਲਾਕੇ 'ਚੋਂ, ਮਾਝੇ ਦੇ ਇਲਾਕੇ 'ਚੋਂ, ਮਾਤਾ ਭਾਗੋ ਜੀ ਦੇ ਨਾਲ। ਤੇ ਉਹਨਾਂ ਚੌਧਰੀਆਂ ਨੇ ਪਾਤਸ਼ਾਹ ਜੀ ਨੂੰ ਸਲਾਹ ਦਿੱਤੀ, ਜੀ ਕੀ ਖੱਟਿਆ ਤੁਸੀਂ ਲੜਾਈਆਂ ਕਰਕੇ? ਪਾਤਸ਼ਾਹ ਤਾਂ ਸਾਡੇ ਗਲਾਂ ਤੋਂ ਗੁਲਾਮੀ ਦਾ ਜੂਲਾ ਲਾਉਣਾ ਚਾਹੁੰਦੇ ਹੈ। ਉਹ ਆਪਣੇ ਆਪ ਨੂੰ ਸਿਆਣਾ ਸਮਝਦੇ ਹੈ। ਕਹਿੰਦੇ ਜੇ ਤੁਸੀਂ ਕਹੋ ਤਾਂ ਅਸੀਂ ਤੁਹਾਡੀ ਔਰੰਗਜ਼ੇਬ ਨਾਲ ਸੰਧੀ ਕਰਾ ਦਿੰਦੇ ਹਾਂ। ਕਹੋ ਸਾਡੀ ਚੱਲਦੀ ਹੈ ਜੀ, ਕਿਉਂਕਿ ਜਦੋਂ ਮਹਾਂਪੁਰਸ਼ ਰੱਬ ਦੇ ਪਿਆਰੇ ਗੁਰੂ ਹੁੰਦੇ ਆ ਦੁਨੀਆ 'ਚ, ਉਦੋਂ ਬੰਦਿਆ ਉਹਨਾਂ ਨੂੰ ਐਵੇਂ ਸਮਝਦੇ ਆ, ਬਹੁਤੇ ਉਹਨਾਂ ਨੂੰ ਸਮਝ ਨਹੀਂ ਸਕਦੇ। ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਮਾਨਾ ਕੀ ਜਾਣੇ। ਜਿਸ ਵੇਲੇ ਗੁਰੂ ਪਿਆਰੇ ਉਹਨਾਂ ਨੇ ਇਹ ਗੱਲਾਂ ਕਰੀਆਂ ਤੇ ਪਾਤਸ਼ਾਹ ਕਹਿੰਦੇ ਤੁਸੀਂ ਉਦੋਂ ਕਿੱਥੇ ਸੀਗੇ ਜਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ? ਉਦੋਂ ਵੀ ਤਾਂ ਇਹੀ ਸਰਕਾਰ ਸੀ, ਜਹਾਂਗੀਰ ਸੀ ਇਹਨਾਂ ਦਾ ਵੱਡਾ। ਜਦੋਂ 9ਵੇਂ ਪਾਤਸ਼ਾਹ ਸ਼ਹੀਦ ਹੋਏ, ਸਾਹਿਬਜ਼ਾਦੇ ਸ਼ਹੀਦ ਹੋਏ, ਉਦੋਂ ਕਿੱਥੇ ਸੰਧੀ ਕਰਾਉਣ ਲਈ? ਉਦੋਂ ਜਾ ਕੇ ਰੋਕਦੇ ਉਹਨਾਂ ਨੂੰ। ਹੁਣ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ ਹੋ? ਅਸੀਂ ਤੁਹਾਡੀ ਗੱਲ ਨਹੀਂ ਮੰਨਣੀ। ਤਾਂ ਉਹ ਕਹਿਣ ਲੱਗੇ ਸਾਡੀ ਗੱਲ ਨਹੀਂ ਮੰਨਦੇ, ਤੁਹਾਨੂੰ ਗੁਰੂ ਨਹੀਂ ਮੰਨਦੇ। ਕਹਿੰਦੇ ਨਹੀਂ ਮੰਨਦੇ ਤਾਂ ਇੱਥੇ ਲਿਖ ਦਿਓ, ਕਿਉਂਕਿ ਤੁਹਾਨੂੰ ਲੋੜ ਪੈਣੀ ਹੈ ਕੱਲ੍ਹ ਨੂੰ, ਫਿਰ ਪਤਾ ਲੱਗੂਗਾ ਮੰਨਣ ਦੀ ਲੋੜ ਹੈ ਕਿ ਨਹੀਂ ਹੈ। ਤਾਂ ਉਹ ਕਾਗਜ਼ ਦੇ ਉੱਤੇ ਲਿਖ ਦਿੱਤਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਜੇ ਨਹੀਂ ਮੰਨਦੇ ਭਾਈ ਹੁਣ ਥੱਲੇ ਇਹਨੂੰ ਪੜ੍ਹ ਕੇ ਸਾਈਨ ਕਰੀ ਚੱਲੋ। ਕਹੋ ਸਤਿਨਾਮ। ਤੇ ਜਿੰਨਿਆਂ ਕਨੇ ਸਾਈਨ ਕਰਤੇ ਕਾਗਜ਼ ਲਪੇਟ ਕੇ ਖੀਸੇ 'ਚ ਪਾ ਲਿਆ। ਤੇ ਪਾਤਸ਼ਾਹ ਕਹਿੰਦੇ ਚਲੋ ਸਿੰਘੋ, ਜਿੰਨੇ ਕੁ ਨਾਲ ਸੀ ਉਹ ਨਾਲ ਤੋਰ ਲਿਆ ਆਪਣੇ। ਫਿਰ ਮਾਤਾ ਭਾਗੋ ਜੀ ਅੜ ਗਏ, ਕਹਿੰਦੇ ਮੈਂ ਤੁਹਾਡੇ ਨਾਲ ਨਹੀਂ ਮੁੜਦੀ, ਤੁਸੀਂ ਬਹੁਤ ਵੱਡੀ ਗਲਤੀ ਕਰਤੀ, ਤੁਸੀਂ ਲਿਖਤੀ ਰੂਪ ਦੇ ਵਿੱਚ ਗੁਰੂ ਤੋਂ ਦਾਵਾ ਲਾ ਦਿੱਤਾ। ਕਹੋ ਸਤਿਨਾਮ। ਬੇਦਾਵੇ ਹੋ ਗਏ ਹੋ, ਹੁਣ ਤੁਹਾਨੂੰ ਗੁਰੂ ਕਿਵੇਂ ਸਾਂਭੇਗਾ? ਮੈਂ ਨਹੀਂ ਮੁੜ ਜਾਣਾ ਤੁਹਾਡੇ ਨਾਲ। ਉਹਨੂੰ ਵੇਖ ਕੇ ਭਾਈ ਮਹਾਂ ਸਿੰਘ ਔਰ ਸਾਰੇ ਰੁਕ ਗਏ। ਤੇ ਗੁਰੂ ਪਿਆਰਿਓ ਉਹ ਕਾਗਜ਼ ਫਿਰ ਮਹਾਂ ਸਿੰਘ ਹੋਰਾਂ ਨੂੰ
ਜਾਨਾਂ ਲਾ ਕੇ ਪੜਵਾਉਣਾ ਪਿਆ। ਕਹੋ ਸਤਿਨਾਮ। ਇਸ ਕਰਕੇ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਸਾਡੇ ਦੇਹ ਦੇ ਹੰਕਾਰ ਨੂੰ ਖਤਮ ਕਰਦਾ ਹੈ। ਜਿੰਨਾ ਚਿਰ ਮਨੁੱਖ ਨੂੰ ਆਪਣੇ ਦੇਹ ਦਾ ਹੰਕਾਰ ਹੈ ਨਾ, ਉਹਨਾਂ ਚਿਰ ਮਨੁੱਖ ਦੇ ਅੰਦਰ ਸਮਝੋ ਅਗਿਆਨਤਾ ਹੈ। ਉਹਨੂੰ ਆਪਣੀਆਂ ਇੰਦਰੀਆਂ ਦਾ, ਆਪਣੇ ਨੇਤਰਾਂ ਦਾ, ਆਪਣੀ ਦੇਹ ਦਾ ਹੰਕਾਰ ਹੈ। ਇਸ ਕਰਕੇ ਇਹੀ ਬੰਧਨਾਂ ਦਾ ਕਾਰਨ ਬਣਦਾ ਹੈ। ਤਪੋ ਰਾਜ ਰਾਜੋ ਨਰਕ, ਰਾਜਿਆਂ ਨੂੰ ਹੰਕਾਰ ਹੋ ਜਾਂਦਾ ਹੈ ਵੀ ਅਸੀਂ ਕੁਰਸੀ ਤੇ ਬੈਠੇ ਹਾਂ, ਹੁਣ ਸਾਡਾ ਹੀ ਨਾਮ ਚੱਲੇਗਾ। ਜਿਹੜਾ ਵੀ ਕੁਰਸੀ ਤੇ ਬਹਿੰਦਾ ਹੈ ਦੇਸ਼ ਨੂੰ ਉਹੋ ਜਿਹਾ ਰੰਗਣਾ ਸ਼ੁਰੂ ਕਰ ਦਿੰਦਾ ਹੈ। ਤੁਰਕ ਆਏ ਤੇ ਹਰੇ ਰੰਗ ਦਾ ਬਣਾਉਣ ਲੱਗ ਪਏ, ਕਹਿੰਦੇ ਸਾਰੇ ਮੁਸਲਮਾਨ ਬਣਾਵਾਂਗੇ। ਅੱਜ ਦੀਆਂ ਸਰਕਾਰਾਂ ਆਈਆਂ, ਕਹਿੰਦੇ ਸਾਰਿਆਂ ਨੂੰ ਭਗਵਾ ਕਰ ਦਿਓ। ਕਹੋ ਸਤ। ਉਹ ਗੁਰੂ ਸਾਹਿਬ ਕਹਿੰਦੇ ਉਹ ਰੰਗ ਬਰੰਗਾ ਰਹਿਣ ਦਿਓ, ਜੈਸਾ ਪਰਮੇਸ਼ਰ ਨੇ ਬਣਾਇਆ ਇਹ ਸੋਹਣਾ ਲੱਗਦਾ। ਕਹੋ ਸਤਿਨਾਮ। ਕਿਸੇ ਨੂੰ ਧੱਕੇ ਨਾਲ ਧਰਮ ਨਾ ਬਦਲੋ ਕਿਸੇ ਦਾ। तो इस तरह गुरु साहब कहते बांके बंगाली है कि दिल्ली के दिलवालियाँ सब तेरी आज्ञा में चलता है। ये रंग बिरंगी दुनिया सारी ਉਹਦੇ हुक्म ਦੇ ਵਿੱਚ ही है। पर ਜਿਹੜਾ कुर्सी ते बहिंदा है ਉਹੀ ਕਹਿੰਦਾ सारी मेरे रंग वर्गे ही हो जान। कहो सतनाम। गुरु कृपा करन। इस करके ये बंधना का कारण बनता है, यही अज्ञानता है। ਤੇ ਜਦੋਂ ਬੰਦੇ ਦਾ ਹੰਕਾਰ ਖਤਮ ਹੋ ਜਾਂਦਾ ਜੀ ਦੋਹਰਾ ਅਭਿਆਸੇ ਗੁਰ ਸ਼ਬਦ ਕੋ ਮਿਟੇ ਦੇਹ ਅਭਿਮਾਨ। ਜਦੋਂ ਗੁਰ ਸ਼ਬਦ ਦਾ ਸਿਮਰਨ ਕਰਾਂਗੇ ਫਿਰ ਦੇਹ ਦਾ ਹੰਕਾਰ ਖਤਮ ਹੋ ਜਾਵੇਗਾ। ਸਤ ਚੇਤਨ ਆਨੰਦ ਮੈਂ ਮੁਕਤ ਸੁਜਾਨ ਸੁਜਾਨ। ਸਾਰੇ ਪਾਸੇ ਸਤ ਚੇਤਨ ਆਨੰਦ ਸਰੂਪ ਦਿਖਾਈ ਦੇਵੇਗਾ। ਬਸ ਬੰਧਨ ਟੁੱਟ ਜਾਣਗੇ। ਅੱਗੇ ਹੋਰ ਕੀ ਬਖਸ਼ਿਸ਼ ਕਰਦੇ ਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਅੱਖਰ ਬਾਅਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं जन गुणितास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग आधार। हे ठाकुर हौं दासरो निर्गुण गुण नहीं कोई। नानक दीजै नाम दान आए प्रभ शरनागति। नित दयाल एक अखर हर मन बसत होत निहाल। एक ओंकारा सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह।